ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਰਿਓ, ਆਪ ਸਾਰਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਅਸੀਂ ਜੋ ਭਗਤ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਸ਼ਬਦ ਗੌੜੀ ਰਾਗ ਦੇ ਪਿਛਲੇ ਕਾਫੀ ਹਫ਼ਤਿਆਂ ਤੋਂ ਚੱਲ ਰਹੇ ਹਨ। ਉਹਨਾਂ ਸ਼ਬਦਾਂ ਵਿੱਚੋਂ ਜਿਹੜੇ ਸ਼ਬਦ ਕੁਝ ਕਠਿਨ ਹਨ ਜਾਂ ਜਿਹਨਾਂ ਦੇ ਅੰਤਰੀਵ ਭਾਵ ਡੂੰਘੇ ਹਨ, ਉਹਨਾਂ ਦੀ ਵਿਚਾਰ ਕਰ ਰਹੇ ਹਾਂ। ਅੱਜ ਦੀ ਜੋ ਵਿਚਾਰ ਹੈ ਉਸ ਵਿੱਚ ਵੀ ਅੱਜ ਭਗਤ ਕਬੀਰ ਜੀ ਦਾ ਗੌੜੀ ਰਾਗ ਦੇ ਵਿੱਚ 49ਵਾਂ ਸ਼ਬਦ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 333 ਦੇ ਸ਼ਬਦ ਹੈ। ਪਾਪ ਪੁੰਨ ਦੋਇ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ, ਕ੍ਰਿਸ਼ਨਾ ਗੋਦ ਭਰੀ ਘਟ ਪੀਤਰ, ਇਨ ਬਿਦ ਟਾਂਡ ਵਿਸਾਹੋ। ਇਹ ਸ਼ਬਦ ਦੀ ਵਿਚਾਰ, ਇਹਦੇ ਅੰਤਰੀਵ ਭਾਵ, ਅਰਥ ਬੋਧ, ਇਹ ਸਾਡੇ ਨਾਲ ਵਿਚਾਰ ਸਾਂਝੀ ਕਰਨਗੇ ਵੀਰ ਮਨਮੋਹਨ ਸਿੰਘ ਜੀ ਪਹੁੰਚ ਤੋਂ ਮੈਂ ਵੀਰ ਮਨਮੋਹਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕਰਨ। ਸ਼ਬਦ ਪਾਪ ਪੁੰਨ ਦੋਇ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ। ਵੀਰ ਮਨਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਗੌੜੀ ਪਾਪ ਪੁੰਨ ਦੋਇ ਬੈਲ ਵਿਸਾਏ, ਪਵਨ ਪੂੰਜੀ ਪ੍ਰਗਾਸਿਓ, ਤ੍ਰਿਸ਼ਨਾ ਗੁਣ ਭਰੀ ਘਟ ਪੀਤਰ, ਇਨ ਬਿਦ ਟਾਂਡ ਵਿਸਾਇਓ। ऐसा नायक राम हमारा, सगल संसार कियो बंजारा। रहाओ ऐसा नायक राम हमारा, सगल संसार कियो बंजारा। रहाओ काम क्रोध दोय पे जगाती, मन तरंग बटवारा। पांच तत मिल दान निबेरे, टांडा उतरियो पारा। कहत कबीर सुनो रे संतो, अब ऐसी बन आई। काटी चढ़त बैल एक थाका, चलो गौन छिटकाई। कहत कबीर सुनो रे संतो, अब ऐसी बन आई। काटी चढ़त बैल एक थाका, चलो गौन छिटकाई। वाहिगुरु जी का खालसा वाहिगुरु जी की फतेह। सन्मानयोग गुरु रूप साध संगत जीओ, वडभागी जीव हो जो अज इस गुरमत क्लास विच अपनी हाजरी लगवा रहे हो। सतगुरु पातशाह दी पवित्र बाणी दा असीं शब्द सरवण कीता है, जो भगत कबीर जी दा गौड़ी राग दे अंदर धन धन साहिब श्री गुरु ग्रंथ साहिब जी दे पन्ना 333 ਦੇ ਉੱਤੇ ਸੁਸ਼ੋਭਿਤ ਹੈ। इस शब्द के अंदर
ਜੋ ਰਹਾਉ ਦੀਆਂ ਪੰਕਤੀਆਂ ਨੇ, ਉਹਦੇ ਅੰਦਰ ਭਗਤ ਜੀ ਨੇ ਜੋ ਵਿਚਾਰ ਦਿੱਤੀ, ਜੋ ਸਿਧਾਂਤ ਦਿੱਤਾ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕਿਓ ਬਣਜਾਰਾ। ਭਗਤ ਜੀ ਇਸ ਸਾਰੇ ਸ਼ਬਦ ਦੇ ਅੰਦਰ ਜਿਵੇਂ ਕੋਈ ਵਪਾਰੀ ਹੈ, ਵਣਜ ਕਰਨ ਵਾਲਾ ਹੈ, ਦੂਰ ਦੂਰ ਤੱਕ ਆਪਣਾ ਸੌਦਾ ਸਮਾਨ ਵੇਚਣ ਜਾਂਦਾ ਹੈ, ਬਸ ਉਸ ਨਕਸ਼ੇ ਨੂੰ ਖਿੱਚ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਮਨੁੱਖ, ਸਾਡਾ ਪ੍ਰਭੂ ਜੋ ਹੈ ਕੁਝ ਇਹੋ ਜਿਹਾ ਸ਼ਾਹ ਹੈ ਕਿ ਉਸਨੇ ਸਾਰੇ ਸੰਸਾਰੀ ਜੀਵਾਂ ਨੂੰ, ਸਾਰੇ ਸੰਸਾਰ ਦੇ ਜੀਵਾਂ ਨੂੰ ਵਪਾਰੀ ਬਣਾ ਕੇ ਜਗਤ ਵਿੱਚ ਘੱਲਿਆ ਹੈ। ਉਹ ਜੋ ਅਕਾਲ ਪੁਰਖ ਪ੍ਰਮਾਤਮਾ ਹੈ, ਉਹ ਇੱਕ ਬਹੁਤ ਮਹਾਨ ਸ਼ਾਹ ਹੈ, ਇਹੋ ਜਿਹਾ ਸ਼ਾਹ ਹੈ, ਇਹੋ ਜਿਹਾ ਵੱਡਾ ਵਪਾਰੀ ਹੈ, ਜਿਸਨੇ ਕਿ ਸਾਰੇ ਸੰਸਾਰ ਦੇ ਜੋ ਜੀਵ ਨੇ ਉਹਨਾਂ ਨੂੰ ਰਾਸ ਪੂੰਜੀ ਦੇ ਕੇ ਸੰਸਾਰ ਦੇ ਅੰਦਰ ਵਣਜ ਕਰਨ ਵਾਸਤੇ ਭੇਜਿਆ। ਭਾਵ ਅਸੀਂ ਜਿਤਨੇ ਵੀ ਜੀਵ ਹਾਂ, ਸੰਸਾਰ ਦੇ ਅੰਦਰ ਵਣਜ ਕਰਨ ਵਾਸਤੇ, ਵਪਾਰ ਕਰਨ ਵਾਸਤੇ ਆਏ ਹਾਂ। ਹੁਣ ਵਪਾਰ ਦੇ ਅੰਦਰ ਕੁਝ ਕੁ ਗੱਲਾਂ ਨੇ ਜਿਹਦੇ ਨਾਲ, ਜੋ ਵਪਾਰ ਦੇ ਨਾਲ ਜੁੜੀਆਂ ਨੇ। ਪਹਿਲੀ ਗੱਲ ਇਹ ਹੈ ਕਿ ਜਿਹੜਾ ਵਣਜਾਰਾ ਹੈ, ਵਣਜ ਕਰਨ ਜਾ ਰਿਹਾ ਹੈ, ਕਿਸੇ ਦੂਜੇ ਇਲਾਕੇ ਵਿੱਚ ਜਾਂਦਾ ਹੈ, ਉਹਨੇ ਖੱਟੀ ਕਮਾਈ ਕਰਨੀ ਹੈ, ਤੇ ਕਮਾਈ ਕਰਨ ਦੇ ਵਾਸਤੇ ਉਹਦੇ ਕੋਲ ਕੁਝ ਰਾਸ ਪੂੰਜੀ ਹੈ, ਕੁਝ ਸੌਦਾ ਪੱਤਰ ਹੈ। ਕਈ ਵਾਰ ਅਸੀਂ ਦੇਖਦੇ ਸੀ ਪੁਰਾਣੇ ਸਮਿਆਂ ਦੇ ਅੰਦਰ ਵਣਜਾਰੇ ਲੋਕੀ ਆਪਣੇ ਇਲਾਕਿਆਂ ਚੋਂ ਨਿਕਲਦੇ, ਕੋਈ ਗੱਠ ਬੰਨ ਲੈਂਦੇ, ਸਮਾਨ ਆਪਣੇ ਨਾਲ ਲੈ ਲੈਂਦੇ, ਦੂਜੇ ਇਲਾਕੇ ਵਿੱਚ ਆਉਂਦੇ ਹਨ, ਸਮਾਨ ਵੇਚਦੇ ਹਨ, ਫੇਰ ਚਲੇ ਜਾਂਦੇ ਸਨ ਛੋਟੇ ਮੋਟੇ ਵਣਜਾਰੇ। ਤੇ ਜ਼ਰੂਰ ਕੁਝ ਨਾ ਕੁਝ ਉਹ ਆਪਣੀ ਰਾਸ ਪੂੰਜੀ ਦੇ ਵਿੱਚ ਵਾਅਦਾ ਕਰਕੇ ਜਾਂਦੇ ਸੀ। ਘਰ-ਬਾਰ ਛੱਡਿਆ, ਦੂਰ ਆਏ, ਰਾਸ ਪੂੰਜੀ ਦੇ ਨਾਲ ਜੋ ਸਮਾਨ ਲੈ ਕੇ ਆਏ ਨੇ, ਜੋ ਰਾਸ ਪੂੰਜੀ ਹੈ, ਉਸ ਨੂੰ ਵਰਤਿਆ ਤੇ ਫਿਰ ਉਸ ਨੂੰ ਵੇਚ ਵਟਾ ਕੇ ਉਹਦੇ ਵਿੱਚੋਂ ਕੁਝ ਨਾ ਕੁਝ ਖੱਟ ਕੇ ਚਲੇ ਜਾਂਦੇ ਸਨ, ਕਮਾਈ ਕਰਕੇ ਜਾਂਦੇ ਸਨ। ਤੇ ਕੋਈ ਵੀ ਵਪਾਰ ਹੈ, ਉਸ ਦਾ ਮੁੱਢਲਾ ਜੋ ਸਿਧਾਂਤ ਹੈ ਉਹ ਇਹ ਹੈ ਕਿ ਜੋ ਤੁਸੀਂ ਇਨਪੁਟ ਪਾਓਗੇ, ਜੋ ਤੁਸੀਂ ਲਾਓਗੇ, ਜੋ ਤੁਹਾਡੀ ਰਾਸ ਪੂੰਜੀ ਲੱਗੀ ਹੈ, ਉਸ ਤੋਂ ਵੱਧ ਕੇ ਉਹਦੇ ਵਿੱਚ ਜੋ ਹੈ ਵਾਧਾ ਹੋਣਾ ਚਾਹੀਦਾ, ਉਹਦੇ ਵਿੱਚ ਕੁਝ ਨਾ ਕੁਝ ਖਟਿਆ ਜਾਵੇ, ਤਾਂ ਹੀ ਕਿਹਾ ਜਾ ਸਕਦਾ ਹੈ ਕਿ ਉਹ ਜੋ ਵਣਜ ਹੈ, ਉਹ ਜੋ ਵਪਾਰ ਹੈ, ਉਹ ਫਾਇਦੇ ਦਾ ਹੈ। ਤੇ ਜੇਕਰ ਰਾਸ ਪੂੰਜੀ ਹੀ ਘਟਣੀ ਸ਼ੁਰੂ ਹੋ ਜਾਏ, ਜੋ ਰਾਸ ਲਾਈ ਹੈ ਉਸ ਤੋਂ ਹੀ ਜੋ ਮਾਲ ਵੇਚਿਆ ਜਾ ਰਿਹਾ ਹੈ, ਉਹਦਾ ਪੈਸਾ ਘੱਟ ਆਵੇ, ਤਾਂ ਫਿਰ ਉਸ ਨੂੰ ਨੁਕਸਾਨ ਮੰਨਿਆ ਜਾਂਦਾ ਕਿ ਨੁਕਸਾਨ ਹੋ ਗਿਆ। ਵਪਾਰ ਦੇ ਵਿੱਚ ਦੋ ਹੀ ਚੀਜ਼ਾਂ ਨੇ, ਜਾਂ ਲਾਹਾ ਹੁੰਦਾ ਹੈ ਜਾਂ ਨੁਕਸਾਨ ਹੁੰਦਾ ਹੈ। ਫਿਰ ਜਦੋਂ ਕੋਈ ਵਪਾਰ ਕਰਨ ਵਾਸਤੇ ਨਿਕਲਦਾ ਸੀ, ਵੱਡਾ ਵਪਾਰੀ ਹੈ ਜਾਂ 2 4 5 ਵਪਾਰੀ ਆਪਸ ਵਿੱਚ ਮਿਲ ਗਏ ਨੇ, ਦੂਰ ਦੁਰਾਜ ਉਹਨਾਂ ਨੇ ਜਾ ਕੇ ਵਪਾਰ ਕਰਨਾ ਹੈ, ਤਾਂ ਇਹੋ ਜਿਹੇ ਹਾਲਾਤਾਂ ਦੇ ਅੰਦਰ ਉਹਨਾਂ ਨੂੰ ਕਿਤੇ ਗੱਡਿਆਂ ਦੀ ਲੋੜ ਪੈਂਦੀ ਸੀ। ਉਹ ਗੱਡੇ ਉਹਨਾਂ ਨੂੰ ਚਾਹੀਦੇ ਨੇ, ਗੱਡੇ ਵੀ ਚੰਗੇ ਹੋਣੇ ਚਾਹੀਦੇ ਨੇ, ਦੂਰ ਜਾਣਾ ਹੈ, ਜਾ ਕੇ ਵਪਾਰ ਕਰਨਾ ਹੈ, ਸਮਾਨ ਲੱਦ ਕੇ ਲਿਜਾਣਾ ਹੈ, ਫਿਰ ਉੱਥੇ ਉਹਨੂੰ ਵੇਚਣਾ ਹੈ, ਫਿਰ ਉੱਥੋਂ ਰਾਸ ਪੂੰਜੀ ਇਕੱਠੀ ਕਰਨੀ ਹੈ, ਵਾਪਸ ਆਉਣਾ, ਜਾਂ ਹੋ ਸਕਦਾ ਆਉਣ ਵੇਲੇ ਜੋ ਉੱਥੇ ਖਟਿਆ ਉਹਦੇ ਵਿੱਚ ਉਹ ਸਮਾਨ ਲੈ ਕੇ ਲੱਦਿਆ ਜਾਵੇ ਮੁੜ ਕੇ ਉਹਨਾਂ ਗੱਡਿਆਂ ਦੇ ਉੱਤੇ, ਜਿਹੜਾ ਉਹਨਾਂ ਦੇ ਇਲਾਕੇ 'ਚ ਨਹੀਂ, ਫਿਰ ਉੱਥੋਂ ਆ ਕੇ ਹੋਰ ਕਮਾਈ ਕੀਤੀ ਜਾਵੇ। ਤੇ ਉਹਦੇ ਵਿੱਚ ਬਲਦਾਂ ਦੀ ਵੀ ਲੋੜ ਪੈਂਦੀ ਸੀ। ਤੇ ਫਿਰ ਉਹਦੇ ਵਿੱਚ ਇੱਕ ਵੱਡੀ ਗੱਲ ਇਹ ਵੀ ਹੁੰਦੀ ਸੀ ਕਿ ਕਈ ਵਾਰ ਰਸਤੇ ਦੇ ਅੰਦਰ ਜੋ ਮਸੂਲੀਏ ਚੁੰਗੀ ਲੈਣ ਵਾਲੇ ਹੁੰਦੇ ਸਨ, ਤੇ ਕੁਝ ਹਿੱਸਾ, ਕੁਝ ਨਿਯਤ ਕੀਤਾ ਹੁੰਦਾ ਹਿੱਸਾ ਉਹਨਾਂ ਨੂੰ ਵੀ ਦਿੱਤਾ ਜਾਂਦਾ ਸੀ। ਜਿਵੇਂ ਅੱਜ ਕੱਲ੍ਹ ਟੈਕਸ ਲੈਣ ਵਾਲੇ ਹੁੰਦੇ ਨੇ, ਥਾਂ ਥਾਂ ਦੇ ਉੱਤੇ ਰੋਡ ਟੈਕਸ ਲੱਗੇ ਨੇ, ਬੈਰੀਅਰ ਲੱਗੇ ਨੇ। ਤੇ ਪਹਿਲਾਂ ਅਸੀਂ ਬਚਪਨ ਵਿੱਚ ਦੇਖਦੇ ਸੀ ਕਿ ਜਦੋਂ ਕਿਤੇ ਕੋਈ ਗੱਡੀ ਸਾਡੀ ਮਿਊਨਿਸਪਲ ਹਦੂਦ ਦੇ ਅੰਦਰ ਦਾਖਲ ਹੁੰਦੀ ਸੀ, ਤਾਂ ਉਸ ਗੱਡੀ ਦੇ ਉੱਤੇ ਕਿੰਨਾ ਸਮਾਨ ਜੋ ਹੈ ਉਹ ਦੁਕਾਨਦਾਰਾਂ ਦਾ ਆ ਰਿਹਾ, ਉਹਦੇ ਨਾਲ ਚਲਾਨ ਹੁੰਦੇ ਸਨ, ਉਹਦੇ ਮੁਤਾਬਕ ਉਹਨਾਂ ਦੁਕਾਨਦਾਰਾਂ ਦੀ ਜੋ ਚੁੰਗੀ ਸੀ ਕੱਟ ਲਈ ਜਾਂਦੀ ਸੀ। ਜਾਂ ਕੋਈ ਆਦਮੀ ਪਿੰਡਾਂ ਵਿੱਚੋਂ ਸ਼ਹਿਰ ਵੱਲ ਆ ਰਿਹਾ, ਕੋਈ ਸਮਾਨ ਲੈ ਕੇ ਵੇਚਣ ਨੂੰ ਆ ਰਿਹਾ ਹੈ, ਤੇ ਉਹ ਜੋ ਸਾਡੇ ਮਿਊਨਿਸਪਲ ਕਮੇਟੀਆਂ ਜਾਂ ਕਾਰਪੋਰੇਸ਼ਨ ਹੁੰਦੀਆਂ ਸਨ, ਉਹਨਾਂ ਦੇ ਅਹਿਲਕਾਰ ਰਸਤੇ 'ਚ ਬੈਠੇ ਹੁੰਦੇ ਸਨ, ਮਸੂਲੀਏ ਉਹਨਾਂ ਤੋਂ ਚੁੰਗੀ ਲੈਂਦੇ ਸਨ। ਹੁਣ ਉਸ ਵਪਾਰ ਦੇ ਅੰਦਰ ਉਸ ਬੰਦੇ ਨੂੰ ਜੋ ਚੁੰਗੀ ਲੈਣ ਵਾਲੇ ਨੇ ਉਹ ਵੀ ਬੈਠੇ ਨੇ, ਲੇਕਿਨ ਉਸ ਨੂੰ ਇੰਨਾ ਖਿਆਲ ਹੋਣਾ ਚਾਹੀਦਾ ਹੈ ਕਿ ਜੋ ਮੇਰੀ ਕਮਾਈ ਹੈ ਕਿਤੇ ਉਸ ਤੋਂ ਵੱਧ ਕੇ ਚੁੰਗੀ ਤਾਂ ਨਹੀਂ ਲਈ ਜਾ ਰਹੀ।
ਕਿਤੇ ਮੇਰੀ ਸਾਰੀ ਰਾਸ ਪੂੰਜੀ ਤਾਂ ਨਹੀਂ ਮੈਨੂੰ ਠੱਗ ਕੇ ਕੋਈ ਟੈਕਸ ਦੇ ਅੰਦਰ, ਕੋਈ ਜੋ ਹੈ ਚੁੰਗੀ ਦੇ ਅੰਦਰ ਲੈ ਰਿਹਾ। ਇਹ ਵੀ ਇੱਕ ਵਪਾਰ ਦਾ ਜੋ ਹੈ ਇੱਕ ਨਿਯਮ ਸੀ। ਇੰਨੀ ਸਿਆਣਪ ਵੀ ਵਪਾਰੀ ਦੀ ਹੋਣੀ ਚਾਹੀਦੀ ਸੀ। ਫਿਰ ਅਗਲੀ ਗੱਲ ਇਹ ਹੁੰਦੀ ਸੀ ਕਿ ਰਸਤੇ ਦੇ ਵਿੱਚ ਜਦੋਂ ਇਹ ਨਿਕਲਦੇ ਸਨ ਤੇ ਕਈ ਵਾਰ ਰਸਤੇ ਦੇ ਅੰਦਰ ਠੱਗ, ਚੋਰ, ਡਾਕੂ, ਲੁਟੇਰੇ ਉਹ ਵੀ ਲੁੱਟਣ ਵਾਲੇ ਬੈਠੇ ਹੁੰਦੇ ਸਨ, ਉਹ ਵੀ ਲੁੱਟ ਲੈਂਦੇ ਸਨ। ਸੋ ਇਹ ਵਪਾਰ ਦੇ ਨਾਲ ਕੁਝ ਕੁ ਗੱਲਾਂ ਜੁੜੀਆਂ ਸਨ ਕਿ ਭਾਈ ਵਪਾਰੀ ਆਪਣੀ ਰਾਸ ਪੂੰਜੀ ਵੀ ਬਚਾ ਲਵੇ, ਰਾਸ ਪੂੰਜੀ ਦੇ ਵਿੱਚੋਂ ਫਾਇਦਾ ਵੀ ਲੈ ਲਵੇ, ਉਹ ਦੇਖ ਲਵੇ ਭਾਈ ਮੈਨੂੰ ਟੈਕਸ ਕਿੰਨਾ ਕੁ ਦੇਣਾ ਹੈ, ਤੇ ਉਹਦੇ ਬਾਅਦ ਫਿਰ ਰਸਤੇ ਦੇ ਵਿੱਚ ਕਿਤੇ ਲੁੱਟਿਆ ਵੀ ਨਾ ਜਾਵੇ। ਤੇ ਫਿਰ ਜਿਹਦੇ ਉੱਤੇ ਕੋਈ ਗੱਡੀ ਹੈ, ਕੋਈ ਬਲਦ ਨੇ, ਕੋਈ ਗੱਡੇ ਨੇ, ਉਹ ਵੀ ਕਮਜ਼ੋਰ ਨਹੀਂ ਹੋਣੇ ਚਾਹੀਦੇ, ਉਹ ਵੀ ਮੰਜ਼ਿਲ ਤੱਕ ਪਹੁੰਚਾ ਦੇਣ, ਜਿੱਥੇ ਤੱਕ ਸਮਾਨ ਲੈ ਕੇ ਜਾਣਾ ਹੈ, ਜਿੱਥੋਂ ਲੈ ਕੇ ਆਣਾ ਹੈ, ਉਹ ਵੀ ਤਗੜੇ ਹੋਣੇ ਚਾਹੀਦੇ ਨੇ। ਹੁਣ ਇਹੋ ਨਕਸ਼ਾ ਸਾਰਾ ਇਸ ਸ਼ਬਦ ਦੇ ਅੰਦਰ ਭਗਤ ਜੀ ਨੇ ਖਿੱਚਿਆ, ਤੇ ਭਗਤ ਜੀ ਸਾਨੂੰ ਇੱਕ ਵਪਾਰੀ ਦੇ ਰੂਪ ਦੇ ਵਿੱਚ ਪੇਸ਼ ਕਰਕੇ ਸਮਝਾ ਰਹੇ ਨੇ ਕਿ ਮਨੁੱਖਤਾ ਦੇ ਜੋ ਅਸੀਂ ਜੀਵ ਹਾਂ, ਜੋ ਅਸੀਂ ਮਨੁੱਖ ਹਾਂ, ਅਸੀਂ ਜੋ ਵਣਜ ਤੇ ਵਪਾਰ ਕਰਨ ਵਾਸਤੇ ਆਏ ਸੀ, ਅਸੀਂ ਸੰਸਾਰ ਦੇ ਅੰਦਰ ਕੀ ਕੀਤਾ, ਸਾਡੇ ਜੀਵਨ ਦੇ ਨਾਲ ਕੀ ਹੋਇਆ। ਸੋ ਭਗਤ ਜੀ ਬਖਸ਼ਿਸ਼ ਕਰ ਰਹੇ ਨੇ। ਪਹਿਲੀ ਗੱਲ ਇਹ ਸਮਝਾ ਰਹੇ ਨੇ ਕਿ ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਣਜਾਰਾ। ਕਿ ਦੁਨੀਆ ਦੇ ਲੋਕੋ, ਨਾਇਕ ਤੋਂ ਭਾਵ ਹੁੰਦਾ ਸ਼ਾਹ। ਸਾਡਾ ਪ੍ਰਭੂ ਕੁਝ ਇਹੋ ਜਿਹਾ ਸ਼ਾਹ ਹੈ ਕਿ ਉਸਨੇ ਸਾਰੇ ਸੰਸਾਰੀ ਜੀਵਾਂ ਨੂੰ ਵਪਾਰੀ ਬਣਾ ਕੇ ਘਲਿਆ ਹੈ। ਸਾਰੇ ਜੀਵਾਂ ਨੂੰ, ਜਿੰਨੇ ਵੀ ਸੰਸਾਰੀ ਜੀਵ ਨੇ, ਉਹਨਾਂ ਨੂੰ ਜਗਤ ਦੇ ਵਿੱਚ ਵਪਾਰੀ ਬਣਾ ਕੇ ਘਲਿਆ। ਸਾਰੇ ਜਿੰਨੇ ਵੀ ਜੀਵ ਨੇ, ਇਹ ਸਾਰੇ ਵਪਾਰ ਕਰਨ ਵਾਸਤੇ ਆਏ ਨੇ। ਹੁਣ ਇਹਨਾਂ ਦੇ ਵਿੱਚੋਂ ਵਪਾਰੀ ਕਾਮਯਾਬ ਕਿਹੜਾ ਹੋਇਆ, ਕਿਹੜੇ ਨੇ ਜੋ ਆਪਣਾ ਲਾਹਾ ਖਟਿਆ ਹੈ, ਕਿਹੜੇ ਜੋ ਨੇ ਉਹ ਘਾਟੇ ਦੇ ਅੰਦਰ ਚਲੇ ਗਏ, ਕਿਹੜੇ ਜੋ ਨੇ ਕਿਤੇ ਰਸਤੇ ਦੇ ਅੰਦਰ ਲੁੱਟੇ ਗਏ। ਇਹ ਸਾਰੀ ਗੱਲ ਇਸ ਸ਼ਬਦ ਦੇ ਅੰਦਰ ਭਗਤ ਜੀ ਸਮਝਾ ਰਹੇ ਨੇ ਕਿ ਪਹਿਲੀ ਗੱਲ ਸਾਨੂੰ ਇਹ ਪਤਾ ਹੋਵੇ ਕਿ ਅਸੀਂ ਉਸ ਵੱਡੇ ਸ਼ਾਹ ਦੇ ਵਪਾਰੀ ਹਾਂ ਜਿਹਨੇ ਸਾਨੂੰ ਵਣਜ ਕਰਨ ਭੇਜਿਆ। ਜਿਵੇਂ ਅੱਜ ਕੋਈ ਵੱਡੀ ਕੰਪਨੀ ਹੋਵੇ ਨਾ, ਤੇ ਉਹਦੇ ਜਿਹੜੇ ਅੱਗੇ ਕੰਮ ਕਰਨ ਵਾਲੇ ਨੇ, ਉਹ ਆਪਣੇ ਆਪ ਨੂੰ ਵੱਡਾ ਕਰਕੇ ਦੱਸਦੇ ਨੇ ਭਈ ਸਾਡੀ ਕੰਪਨੀ ਬਹੁਤ ਵੱਡੀ ਹੈ, ਸਾਡੇ ਕੋਲ ਸਮਾਨ ਬਹੁਤ ਵਧੀਆ ਹੈ, ਤੁਸੀਂ ਫਾਇਦੇ ਦੇ ਅੰਦਰ ਰਹੋਗੇ। ਤੇ ਉਹਨਾਂ ਨੂੰ ਵੀ ਮਾਣ ਤੇ ਫਖਰ ਹੁੰਦਾ ਆਪਣੀਆਂ ਵੱਡੀਆਂ ਵੱਡੀਆਂ ਕੰਪਨੀਆਂ, ਆਪਣੀਆਂ ਕੰਪਨੀਆਂ ਦੇ ਮਾਲਕ ਦੇ ਉੱਤੇ। ਤੇ ਭਗਤ ਜੀ ਕਹਿੰਦੇ ਨੇ ਆਏ ਸਾਰੇ ਵਪਾਰ ਕਰਨ ਵਾਸਤੇ ਹਾਂ ਸਾਰੇ ਵਪਾਰੀ, ਲੇਕਿਨ ਜਿਨਸ ਨੇ ਵਣਜਾਰੇ ਬਣਾ ਕੇ ਸਾਨੂੰ ਭੇਜਿਆ ਹੈ, ਉਹ ਸੰਸਾਰ ਦਾ ਵੱਡਾ ਸ਼ਾਹ ਹੈ, ਉਹ ਸਭ ਤੋਂ ਵੱਡਾ ਵਪਾਰੀ ਹੈ, ਉਹ ਸਭ ਤੋਂ ਵੱਡਾ ਸ਼ਾਹ ਹੈ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਜੋ ਭਗਤ ਜੀ ਇਹ ਗੱਲ ਰਹਾਉ ਦੇ ਅੰਦਰ ਕਹਿ ਰਹੇ ਨੇ, ਸਮਝਾ ਰਹੇ ਨੇ, ਚੌਥੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਸੱਚ ਸ਼ਾਹ ਹਮਾਰਾ ਤੂ ਤਨੀ, ਸਭ ਜਗਤ ਵਣਜਾਰਾ ਰਾਮ ਰਾਜੇ। ਇਹ ਸਤਿਗੁਰੂ ਪਾਤਸ਼ਾਹ, ਇਹ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦਾ ਇੱਕੋ ਇੱਕ ਸੱਚਾ ਸ਼ਾਹ ਤੇ ਧਨਵਾਨ ਤੁਸੀਂ ਹੋ। ਸਾਰਾ ਜਗਤ ਵਣਜਾਰਾ ਹੈ, ਅਸੀਂ ਸਾਰੇ ਜੀਵ ਜਿਤਨੇ ਹਾਂ ਵਣਜਾਰੇ ਹਾਂ, ਵਣਜ ਕਰਨ ਵਾਸਤੇ ਆਏ। ਸਭ ਭਾਂਡੇ ਤੁਧੈ ਸਾਜੀਆਂ, ਵਿੱਚ ਵਸਤ ਹਰ ਥਾਰਾ। ਸਤਿਗੁਰੂ ਵਣਜ ਕਰਨ ਆਏ ਹਾਂ। ਇਹ ਜਿੰਨੇ ਵਪਾਰੀ ਫਿਰ ਰਹੇ ਨੇ ਨਾ ਭਾਂਡੇ, ਇਹਨਾਂ ਦੇ ਅੰਦਰ ਜਿੰਨੀ ਰਾਸ ਪੂੰਜੀ ਹੈ, ਇਹ ਸਾਰੀ ਦੀ ਸਾਰੀ ਤੁਹਾਡੀ ਹੈ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਗੋੜੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਸ਼ਾਹ ਹਮਾਰਾ ਠਾਕੁਰ ਭਾਰਾ, ਹਮ ਤਿਸਕੇ ਵਣਜਾਰੇ। ਕਿ ਉਹ ਅਕਾਲ ਪੁਰਖ ਪ੍ਰਮਾਤਮਾ ਸਾਡਾ ਜੋ ਮਾਲਕ ਹੈ, ਉਹ ਭਾਰਾ ਸ਼ਾਹ ਹੈ, ਵੱਡਾ ਸ਼ਾਹ ਹੈ। ਸ਼ਾਹ ਹਮਾਰਾ ਠਾਕੁਰ ਭਾਰਾ, ਹਮ ਤਿਸਕੇ ਵਣਜਾਰੇ। ਜਿਉ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜੀਵਾਲੇ। ਇਹ ਜਿਉ ਪਿੰਡ, ਇਹ ਸਾਰੀ ਰਾਸ ਸਵਾਸਾਂ ਦੀ ਉਸ ਅਕਾਲ ਪੁਰਖ ਸੱਚੇ ਪ੍ਰਮਾਤਮਾ ਵਾਹਿਗੁਰੂ, ਉਸ ਸੱਚੇ ਵੱਡੇ ਸ਼ਾਹ ਦੀ ਹੈ, ਜਿਸ ਨੇ ਸਾਨੂੰ ਵਣਜਾਰੇ ਬਣਾ ਕੇ ਫਾਇਦਾ ਲਾਹਾ ਲੈਣ ਵਾਸਤੇ ਸੰਸਾਰ 'ਚ ਭੇਜਿਆ। ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਸ਼ਾਹ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇ ਤੈਸੀ ਹਮਲੇ। ਅਕਾਲ ਪੁਰਖ ਵਾਹਿਗੁਰੂ ਤੁਸੀਂ ਵੱਡੇ ਸ਼ਾਹ ਹੋ, ਜਿਉ ਜੀ ਰਾਸ ਦਿਓਗੇ ਉਹ ਜੀ ਅਸੀਂ ਲੈਂਦੇ ਆ। ਹਰ ਨਾਮ ਵਣੰਜੇ ਰੰਗ ਸਿਓ, ਜੇ ਆਪ ਦਿਆਲ ਹੋਏ ਦੇ। ਸਾਡੇ ਵਿੱਚ ਨਾਮ ਦਾ ਰੰਗ ਚੜੇ, ਅਸੀਂ ਨਾਮ ਦਾ ਵਣਜ ਕਰੀਏ, ਤੇ ਹੋਵੇ ਕਿਵੇਂ? ਜਦੋਂ ਤੁਸੀਂ ਦਿਆ ਕਰੋ, ਤੁਸੀਂ ਕਿਰਪਾ ਕਰੋ ਸਾਡੇ ਤੇ। ਹਮ ਵਣਜਾਰੇ ਰਾਮ ਕੇ, ਹਰ ਵਣਜ ਕਰਾਵੈ ਦੇ ਰਾਸਰੇ। ਅਸੀਂ ਵਣਜਾਰੇ ਹਾਂ,
ਉਸ ਪ੍ਰਮਾਤਮਾ ਦੇ ਰਾਮ ਦੇ ਜਿਹੜਾ ਜ਼ਰੇ ਜ਼ਰੇ ਵਿੱਚ ਰਮਿਆ ਹੈ ਉਹ ਸਾਡੇ ਤੋਂ ਵੰਜ ਕਰਾ ਰਿਹਾ ਹੈ। ਰਾਸ ਉਹਨੇ ਦਿੱਤੀ ਹੈ, ਹੁਣ ਘਾਟਾ ਤੇ ਵਾਧਾ ਸਾਡੇ ਹੱਥ 'ਚ ਹੈ ਕਿ ਅਸੀਂ ਉਸ ਰਾਸ ਨੂੰ ਵਧਾਉਂਦੇ ਹਾਂ ਜਾਂ ਰਾਸ ਹੀ ਖਾ ਜਾਂਦੇ ਹਾਂ। ਅਸੀਂ ਵਪਾਰ ਦੇ ਅੰਦਰ ਕੁਝ ਲਾਹਾ ਲੈਂਦੇ ਹਾਂ ਜਾਂ ਤੋਟਾ ਹੋ ਜਾਂਦਾ, ਇਹ ਸਾਡੇ ਹੱਥ ਵਿੱਚ ਹੈ। ਲਾਹਾ ਹਰ ਭਗਤ ਧਨ ਖੱਟਿਆ, ਹਰ ਸੱਚੇ ਸ਼ਾਹ ਮਨ ਭਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਾਗਾਤੀ ਨੇੜ ਨਾ ਆਇਆ। ਸਤਿਗੁਰੂ ਪਾਤਸ਼ਾਹ ਦੱਸਦੇ ਨੇ ਭਾਈ ਕਿ ਜਿਨ੍ਹਾਂ ਨੇ ਨਾਮ ਧਨ ਖੱਟ ਲਿਆ ਉਹੀ ਉਸ ਸੱਚੇ ਸ਼ਾਹ ਦੇ ਮਨ ਦੇ ਨੂੰ ਭਾ ਜਾਂਦੇ ਨੇ। ਕੰਪਨੀ ਦੇ ਅੰਦਰ ਜਿਹੜਾ ਵੀ ਸੇਲਮੈਨ ਜ਼ਿਆਦਾ ਮਾਲ ਵੇਚਦਾ ਹੈ, ਪ੍ਰੋਫਿਟ ਦਿਵਾਉਂਦਾ ਕੰਪਨੀ ਨੂੰ, ਤੇ ਮਾਲਕ ਉਸੇ ਤੇ ਖੁਸ਼ ਹੁੰਦਾ। ਹੁਣ ਵੱਡਾ ਸ਼ਾਹ ਅਕਾਲ ਪੁਰਖ ਪ੍ਰਮਾਤਮਾ ਖੁਸ਼ ਕਿਹਦੇ ਤੇ ਹੋਵੇਗਾ ਕਿ ਜਿਨ੍ਹਾਂ ਨੂੰ ਰਾਜ ਪੂੰਜੀ ਦੇ ਕੇ ਭੇਜਿਆ ਹੈ, ਉਸ ਰਾਜ ਪੂੰਜੀ ਦੇ ਵਿੱਚ ਵਾਅਦਾ ਕਰਕੇ ਕੌਣ ਆਉਂਦਾ ਹੈ, ਤੇ ਫਿਰ ਉਹਦੇ ਵਿੱਚ ਤੋਟਾ ਘਾਟਾ ਪਾ ਕੇ ਕੌਣ ਆਉਂਦਾ ਹੈ। ਤੇ ਜਿਹੜਾ ਵਾਅਦਾ ਕਰਕੇ ਆਵੇਗਾ, ਜਿਹੜੇ ਲਾਹਾ ਹਰ ਭਗਤ ਧਨ ਖੱਟ ਕੇ ਆਣਗੇ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਲਾਹਾ ਹਰ ਭਗਤ ਧਨ ਖੱਟਿਆ, ਹਰ ਸੱਚੇ ਸ਼ਾਹ ਮਨ ਪਾਇਆ। ਉਹ ਸੱਚੇ ਅਕਾਲ ਪੁਰਖ ਪ੍ਰਮਾਤਮਾ ਦੇ ਮਨ ਦੇ ਨੂੰ ਉਹ ਚੰਗੇ ਲੱਗਦੇ ਨੇ। ਤੇ ਹਰ ਜਪ ਹਰ ਵੱਖਰ ਲੱਦਿਆ, ਜਿਨ੍ਹਾਂ ਨੇ ਹਰੀ ਹਰੀ ਜਪ ਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਹਰੀ ਰੂਪੀ ਸੌਦਾ ਲੱਦ ਲਿਆ ਹੈ, ਜਮ ਜਾਗਾਤੀ ਨੇੜ ਨਾ ਆਇਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਨੇੜੇ ਵਕਾਰ, ਉਹਦੇ ਨੇੜੇ ਕੋਈ ਜਮ, ਉਹਦੇ ਨੇੜੇ ਕੋਈ ਜਮ ਰੂਪੀ ਮਸੂਲੀਏ ਚੁੰਗੀ ਲੈਣ ਵਾਲੇ ਨੇੜੇ ਨਹੀਂ ਆਉਂਦੇ ਭਾਈ, ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਸਤਿਗੁਰੂ ਕਹਿੰਦੇ ਹੋਰ ਵੰਝ ਕਰੇ ਵਪਾਰੀਏ, ਅਨੰਤ ਤਰੰਗੀ ਦੁੱਖ ਪਾਇਆ। ਮਤਲਬ ਜਿਹੜੇ ਇਸ ਸੱਚ ਵਪਾਰ ਨੂੰ ਛੱਡ ਕੇ ਆਪਣੀ ਰਾਸ ਪੂੰਜੀ ਨੂੰ ਗਵਾ ਲੈਂਦੇ ਨੇ, ਹੋਰ ਜੋ ਵਿਕਾਰਾਂ ਦੇ ਵਿੱਚ ਫਸਦੇ ਨੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਮਨ ਦੇ ਤਰੰਗਾਂ ਦੇ ਪਿੱਛੇ ਚੱਲਣ ਵਾਲੇ, ਉਹਨਾਂ ਨੂੰ ਬਹੁਤ ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ, ਤਕਲੀਫ ਹੁੰਦੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਾਹਣ ਮੈਂ ਤੂੰ ਸੱਚਾ ਸ਼ਾਹ, ਵਪਾਰਨ ਮੈਂ ਵਪਾਰੀ। ਕਿ ਅਕਾਲ ਪੁਰਖ ਵਾਹਿਗੁਰੂ ਸ਼ਾਹਾਂ ਦੇ ਵਿੱਚ ਤੁਸੀਂ ਸਭ ਤੋਂ ਸੱਚੇ ਸ਼ਾਹ ਹੋ, ਤੇ ਵਪਾਰੀਆਂ ਦੇ ਅੰਦਰ ਸਭ ਤੋਂ ਵੱਡੇ ਵਪਾਰੀ ਤੁਸੀਂ ਹੋ, ਸਭ ਤੋਂ ਉੱਤਮ ਵਪਾਰੀ ਤੁਸੀਂ ਹੋ। ਤੇ ਗੁਰੂ ਪਾਤਸ਼ਾਹ ਪਹਿਲੀ ਗੱਲ ਇਹ ਸਮਝਾ ਰਹੇ ਨੇ ਰਹਾਉ ਦੀ ਪੰਕਤੀ ਦੇ ਅੰਦਰ, ਭਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਸ਼ਬਦ ਦਰਜ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਸਾਡਾ ਜੋ ਉਹ ਸ਼ਾਹ ਹੈ, ਉਹ ਐਸਾ ਸ਼ਾਹ ਹੈ ਕਿ ਉਸਨੇ ਸਾਨੂੰ ਸਾਰਿਆਂ ਨੂੰ ਵਣਜਾਰੇ ਬਣਾ ਕੇ ਸੰਸਾਰ ਦੇ ਅੰਦਰ ਘਲਿਆ। ਹੁਣ ਇਸ ਸ਼ਬਦ ਦੇ ਅੰਦਰ ਜੋ ਭਗਤ ਜੀ ਪਹਿਲੇ ਪਦ ਦੇ ਅੰਦਰ ਗੱਲ ਕਰਦੇ ਨੇ, ਹੁਣ ਸਮਝਾ ਰਹੇ ਨੇ ਭਈ ਦੇਖ ਇਸ ਵਪਾਰ ਦੇ ਅੰਦਰ ਹੋ ਕੀ ਰਿਹਾ। ਪਾਪ ਪੁਣ ਦੋਏ ਬੈਲ ਬਿਸਾਏ, ਪਵਨ ਪੂੰਜੀ ਪ੍ਰਗਾਸਿਓ, ਤ੍ਰਿਸ਼ਨਾ ਗੂਣ ਭਰੀ ਕਟ ਪੀਤਰ, ਇਨ ਬਿਦ ਟਾਂਡ ਬਿਸਾਇਓ। ਭਗਤ ਜੀ ਕਹਿੰਦੇ ਨੇ ਭਾਈ ਜਿਵੇਂ ਬਲਦਾਂ ਦੀ ਲੋੜ ਹੈ ਨਾ ਵਪਾਰ ਦੇ ਵਿੱਚ, ਗੱਡਿਆਂ ਦੇ ਅੱਗੇ ਵੱਧੇ ਜਾਂਦੇ ਸਨ, ਕਹਿੰਦੇ ਨੇ ਇੱਥੇ ਵੀ ਦੋ ਬਲਦ ਜੋ ਨੇ ਨਾ ਉਹ ਖਰੀਦੇ ਗਏ, ਦੋ ਬਲਦ ਖਰੀਦੇ ਗਏ ਨੇ ਇਸ ਵਪਾਰ ਦੇ ਵਿੱਚ, ਵਪਾਰੀ ਨੇ ਖਰੀਦ ਲਏ। ਤੇ ਇਹਦੇ ਵਿੱਚ ਜਿਹੜੀ ਪੂੰਜੀ ਹੈ ਨਾ ਉਹ ਵੀ ਇਹਦੇ ਕੋਲ ਹੈ, ਜਿਸ ਦੇ ਰਾਹੀਂ ਇਹ ਪ੍ਰਗਟ ਹੋਇਆ ਹੈ, ਜਿਹਦੇ ਰਾਹੀਂ ਇਹਨੇ ਵਪਾਰ ਸ਼ੁਰੂ ਕੀਤਾ ਹੈ। ਭਾਵ ਸਾਰਾ ਸੰਸਾਰ ਜੋ ਹੈ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਕਿ ਜੋ ਇਹ ਵਪਾਰ ਕਰ ਰਹੇ ਨੇ ਇਹਦੇ ਵਿੱਚ ਪਾਪ ਤੇ ਪੁੰਨ ਦੇ ਦੋ ਬੈਲ ਨੇ। ਦੋ ਜਿਹੜੇ ਅੱਗੇ ਬਲਦ ਵੱਧੇ ਗਏ ਇਹ ਪਾਪ ਤੇ ਪੁੰਨ ਦੇ ਨੇ, ਇਹ ਖਰੀਦੇ ਗਏ ਨੇ ਪਾਪ ਤੇ ਪੁੰਨ ਦੇ। ਤੇ ਇਸ ਵਪਾਰੀ ਨੇ ਪਵਨ ਪੂੰਜੀ ਪ੍ਰਗਾਸਿਓ, ਕਹਿੰਦੇ ਨੇ ਭਾਈ ਸਵਾਸਾਂ ਰੂਪੀ ਰਾਸ ਦੇ ਰਾਹੀਂ ਇਹ ਸੰਸਾਰ ਦੇ ਜੀ ਜੋ ਨੇ ਪ੍ਰਗਟ ਹੋਏ ਨੇ, ਇਹਨਾਂ ਦੇ ਕੋਲ ਸਵਾਸ ਨੇ, ਸਵਾਸਾਂ ਰੂਪੀ ਇਹਨਾਂ ਕੋਲ ਰਾਸ ਹੈ। ਤੇ ਸਤਿਗੁਰੂ ਕਹਿੰਦੇ ਨੇ ਭਾਈ ਸਾਰੇ ਸੰਸਾਰੀ ਜੀਵ ਰੂਪੀ ਜੋ ਵਣਜਾਰੇ ਨੇ ਇਹ ਪਾਪ ਅਤੇ ਪੁੰਨ ਦੇ ਬਲਦ ਜੋ ਨੇ ਮੁੱਲ ਲਏ ਹਨ, ਇਹਨਾਂ ਨੇ ਸਵਾਸਾਂ ਦੀ ਪੂੰਜੀ ਲੈ ਕੇ ਇਹ ਜੰਮੇ ਹਨ। ਭਾਵ ਮਾਨੋ ਕਿ ਸਾਰੇ ਜਗਤ ਜੋ ਹੈ ਇਹ ਵਪਾਰ ਕਰਨ ਵਾਸਤੇ ਆਇਆ, ਅਸੀਂ ਸਾਰੇ ਵਪਾਰ ਕਰਨ ਵਾਸਤੇ ਆਏ, ਵੰਜ ਕਰਨ ਵਾਸਤੇ ਆਏ। ਤੇ ਸਤਿਗੁਰੂ ਕਹਿੰਦੇ ਭਾਈ ਪਾਪ ਤੇ ਪੁੰਨ ਦੇ ਦੋ ਬਲਦ ਜੋ ਨੇ ਨਾ ਉਹ ਇਹਨਾਂ ਦੇ ਖਰੀਦੇ ਹੋਏ ਨੇ, ਕਿ ਭਾਵ ਸੰਸਾਰ ਪਾਪ ਤੇ ਪੁੰਨ ਦੇ ਵਿੱਚ ਉਲਝਿਆ ਪਿਆ ਹੈ। ਹੁਣ ਮਾਫ ਕਰਨਾ, ਜੋ ਪਾਪ ਤੇ ਪੁੰਨ ਦੀ ਪਰਿਭਾਸ਼ਾ ਹੈ ਨਾ ਇਹ ਵੱਖ-ਵੱਖ ਫਿਰਕਿਆਂ 'ਚ ਵੱਖ-ਵੱਖ ਧਰਮਾਂ ਵਿੱਚ ਆਪਣੇ ਆਪਣੇ ਤੌਰ ਦੇ ਉੱਤੇ ਹੈ, ਤੇ ਗੁਰਮਤਿ ਦਾ ਜੋ ਸਿਧਾਂਤਕ ਹੈ ਉਹ ਬਾਕੀ ਸਾਰਿਆਂ ਨਾਲੋਂ ਵੱਖਰਾ ਹੈ। ਹੁਣ ਗੁਰਮਤਿ ਦੇ ਅੰਦਰ ਜਦੋਂ ਵੀ ਸਤਿਗੁਰੂ ਪੁੰਨ ਦੀ ਗੱਲ ਕਰਦੇ ਨੇ, ਜਦੋਂ ਵੀ ਸਤਿਗੁਰੂ
ਪਾਪ ਦੀ ਗੱਲ ਕਰਦੇ ਨੇ, ਭਗਤ ਜਨ ਜਾਂ ਜਿੰਨੇ ਵੀ ਗੁਰਬਾਣੀ ਰਚਣ ਵਾਲੇ ਨੇ, ਰਚਨਹਾਰ, ਉਹਨਾਂ ਨੇ ਜਦੋਂ ਵੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ, ਉੱਥੇ ਪੁੰਨ ਤੇ ਪਾਪ ਦੀ ਪਰਿਭਾਸ਼ਾ ਦੂਜਿਆਂ ਨਾਲੋਂ ਵੱਖਰੀ ਹੈ। ਹੁਣ ਦੇਖੋ, ਪਾਪ ਤੇ ਪੁੰਨ ਜਦੋਂ ਅਸੀਂ ਦੂਜਿਆਂ ਮੱਤਾਂ ਚੋਂ ਲੈਂਦੇ ਹਾਂ ਤੇ ਕਈ ਵਾਰ ਜੋ ਇੱਕ ਬੰਦੇ ਵਾਸਤੇ ਪਾਪ ਹੈ, ਦੂਜੇ ਵਾਸਤੇ ਪੁੰਨ ਹੈ। ਹੁਣ ਜਿਵੇਂ ਸਾਡੇ ਵਾਸਤੇ ਜੋ ਕੇਸ ਜੋ ਨੇ, ਉਹਨਾਂ ਦੀ ਰੋਮਾਂ ਦੀ ਬੇਅਦਬੀ ਕਰਨੀ ਮਨਾਹੀ ਹੈ, ਤੇ ਹਿੰਦੂ ਲੋਕੀ, ਮੁਸਲਮਾਨ ਲੋਕੀ ਉਹ ਕਰੀ ਜਾਂਦੇ ਨੇ, ਉਹਨਾਂ ਨੂੰ ਕੋਈ ਰੁਕਾਵਟ ਨਹੀਂ। ਇਸੇ ਤਰੀਕੇ ਦੇ ਨਾਲ ਹਿੰਦੂ ਸਮਾਜ ਦੇ ਅੰਦਰ ਗਊ ਜੋ ਹੈ, ਉਹਦੀ ਹੱਤਿਆ, ਉਹਦਾ ਮਾਸ ਖਾਣਾ ਬਹੁਤ ਵੱਡਾ ਪਾਪ ਸਮਝਿਆ ਜਾਂਦਾ ਹੈ। ਤੇ ਦੂਜੇ ਪਾਸੇ ਜਿਹੜੇ ਇਸਲਾਮਿਕ ਲੋਕੀ ਨੇ, ਉਹ ਇਸ ਨੂੰ ਪੁੰਨ ਦਾ ਕੰਮ ਸਮਝਦੇ ਕਿ ਭਈ ਇਹ ਵੱਡਾ ਪੁੰਨ ਦਾ ਕੰਮ ਹੈ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਇੱਕ ਜੋ ਪੱਖ ਹੈ, ਇੱਕ ਧਰਮ, ਇੱਕ ਫਿਰਕਾ, ਜੋ ਪਾਪ ਸਮਝ ਰਿਹਾ ਤੇ ਦੂਜਾ ਪੁੰਨ ਸਮਝ ਰਿਹਾ। ਤੇ ਗੁਰਮਤ ਦੇ ਅੰਦਰ ਪੁੰਨ ਜੋ ਹੈ, ਉਸ ਤੋਂ ਭਾਵ ਭਲੇ ਕਰਮ ਨੇ, ਕਿ ਭਈ ਭਲੇ ਕਰਮ ਜੋ ਨੇ ਉਹ ਪੁੰਨ ਨੇ, ਤੇ ਜਿਹੜੇ ਨਖਿੱਧ ਕਰਮ ਨੇ, ਗੁਰਮਤ ਤੋਂ ਵਿਰੁੱਧ ਕਰਮ ਹੋਣਗੇ, ਜਿੰਨੇ ਵੀ ਨਖਿੱਧ ਤੇ ਮਾੜੇ ਕਰਮ ਹੋਣਗੇ, ਉਹ ਸਾਰੇ ਦੇ ਸਾਰੇ ਜੋ ਨੇ ਉਹ ਪਾਪ ਨੇ। ਜਿੱਥੇ ਪਾਪ ਅੱਖਰ ਆਵੇਗਾ ਉੱਥੇ ਉਸ ਤੋਂ ਭਾਵ ਹੈ ਨਖਿੱਧ ਕਰਮ ਕੀਤੇ ਜਾ ਰਹੇ ਨੇ। ਜੋ ਹੁਣ ਜਦੋਂ ਦੂਜਿਆਂ ਨੂੰ ਅਸੀਂ ਦੇਖਦੇ ਹਾਂ ਨਾ, ਤੇ ਆਪਣੇ ਸਿੱਖ ਧਰਮ ਨੂੰ ਦੇਖਦੇ ਹਾਂ, ਤੇ ਸਿੱਖੀ ਦੂਜਿਆਂ ਦੇ ਵਿੱਚ ਪੁੰਨ ਹੈ ਕਿ ਭਾਈ ਕਿਸੇ ਨੂੰ ਕੁਝ ਦੇਣਾ ਤੇ ਲਾਲਸਾ ਰੱਖਣੀ ਕਿ ਸਾਨੂੰ ਇਹ ਲੱਭ ਜਾਵੇਗਾ। ਤੀਰਥਾਂ ਦੇ ਉੱਤੇ ਚਲੇ ਗਏ ਤੇ ਲਾਲਸਾ ਰੱਖ ਲਈ, ਕਿਤੇ ਕੋਈ ਪੂਜਾ ਅਰਚਨਾ ਕਰਨੀ ਤੇ ਉੱਤੇ ਲਾਲਸਾ ਰੱਖ ਲੈਣੀ, ਕਿਸੇ ਨੂੰ ਕੁਝ ਥੋੜਾ ਬਹੁਤਾ ਮਦਦ ਕਰ ਲੈਣੀ ਤੇ ਉਹਦੀ ਲਾਲਸਾ ਰੱਖ ਲੈਣੀ। ਪਰ ਗੁਰਮਤ ਦੇ ਅੰਦਰ ਕਿਸੇ ਨੂੰ ਕੁਝ ਦੇਣਾ ਉਹਨੂੰ ਸੇਵਾ ਕਿਹਾ ਗਿਆ, ਉਹ ਲਾਲਸਾ ਰਹਿਤ ਹੈ। ਜਿੰਨੇ ਵੀ ਸ਼ੁਭ ਕਰਮ, ਚੰਗੇ ਕਰਮ ਭਾਵ ਜੋ ਗੁਰਮਤ ਨੇ ਸਾਨੂੰ ਸਿਧਾਂਤ ਦੱਸੇ ਨੇ, ਜਿਵੇਂ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਸੇਵਾ, ਸਿਮਰਨ, ਸਚਾਈ, ਸਿਦਕ, ਸੰਜਮ, ਦਇਆ, ਪਰਉਪਕਾਰ, ਇਹ ਸਾਰੇ ਦੇ ਸਾਰੇ ਲੋਭ ਰਹਿਤ ਨੇ। ਇਹਨਾਂ ਦੇ ਪਿੱਛੇ ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ। ਤੇ ਦੂਜੇ ਜੋ ਨੇ ਲੋਕੀ, ਉਹਨਾਂ ਦੇ ਵਿੱਚ ਪੁੰਨ ਕਰਮ ਜ਼ਰੂਰ ਕੋਈ ਨਾ ਕੋਈ, ਕੁਝ ਨਾ ਕੁਝ ਉਹਦੇ ਵਿੱਚ ਲੁਕੋ ਕੇ ਰੱਖਿਆ ਹੁੰਦਾ ਕਿ ਭਈ ਇਹਦੇ ਨਾਲ ਸਾਨੂੰ ਇਹ ਫਲ ਲੱਭੇਗਾ, ਇਹਦੇ ਨਾਲ ਸਾਨੂੰ ਇਹ ਫਲ ਲੱਭੇਗਾ। ਤੇ ਜਦੋਂ ਅਸੀਂ ਗੁਰਮਤ ਨੂੰ ਪੜ੍ਹਦੇ ਹਾਂ, ਉੱਥੇ ਪੁੰਨ ਦੇ ਵਿੱਚ ਆਸ ਹੈ, ਇੱਥੇ ਜੋ ਹੈ ਸੇਵਾ ਹੈ ਤੇ ਨਿਸ਼ਕਾਮ ਹੈ, ਜਿਹਦੇ ਅੰਦਰ ਕੋਈ ਕਿਸੇ ਕਿਸਮ ਦੀ ਲਾਲਸਾ ਨਹੀਂ। ਹੁਣ ਪੁੰਨ ਕਰਦਿਆਂ ਵੀ ਮਨੁੱਖ ਪਾਪੀ ਹੋ ਜਾਂਦਾ ਹੈ। ਜਦੋਂ ਦੂਜੇ ਉਹਨਾਂ ਸਿਧਾਂਤਾਂ ਨੂੰ ਦੇਖੀਏ ਤੇ ਕਈ ਵਾਰ ਮਨੁੱਖ ਪੁੰਨ ਕਰਦਿਆਂ ਵੀ ਪਾਪੀ ਹੋ ਜਾਂਦਾ ਹੈ ਕਿ ਭਈ ਕਿਸੇ ਥਾਂ ਦੇ ਉੱਤੇ ਉਹਨਾਂ ਦੇ ਵਿੱਚ ਭਈ ਦਾਨ ਦੇ ਦਿੱਤਾ ਜਾਵੇ, ਜ਼ਕਾਤ ਕੱਢੀ ਜਾਵੇ, ਜਾਂ ਕਿਸੇ ਥਾਂ ਦੇ ਉੱਤੇ ਜੋ ਹੈ ਕੋਈ ਹੋਰ ਕਰਮ ਕਰ ਰਿਹਾ ਕਿਸੇ ਕਿਸਮ ਦਾ, ਕਿਸੇ ਨੂੰ ਰੋਟੀ ਖਵਾ ਰਿਹਾ, ਕਿਤੇ ਯੱਗ ਕੀਤਾ ਜਾ ਰਿਹਾ। ਲੇਕਿਨ ਕਮਾਈ ਦੇ ਵਿੱਚ ਦੂਜਿਆਂ ਦਾ ਹੱਕ ਇਕੱਠਾ ਕਰ ਲਿਆ, ਕਮਾਈ ਦੇ ਵੇਲੇ ਪਾਪ ਕਰ ਲਿਆ ਤੇ ਪਾਪ ਕਰਕੇ ਉੱਥੇ ਦੇ ਦਿੱਤਾ, ਲਓ ਜੀ ਅਸੀਂ ਇੱਥੋਂ ਇੰਨਾ ਹੀ ਸਾਈਦਰ ਕੱਢ ਲੈਣੇ ਆ। ਕਿਸੇ ਥਾਂ ਦੇ ਉੱਤੇ ਕਿਸੇ ਦੀ ਮਦਦ ਕਰ ਲਈ, ਕੋਈ ਧਾਰਮਿਕ ਸਥਾਨ ਦੇ ਉੱਤੇ ਦੇ ਦਿੱਤਾ, ਤੇ ਉਹ ਪੁੰਨ ਕਰਮ ਦੇ ਪਿੱਛੇ ਵੀ ਪਾਪ ਜੋ ਹੈ ਛਪਿਆ ਹੋਇਆ ਹੈ, ਬੇਈਮਾਨੀ ਉੱਤੇ ਛਪੀ ਹੋਈ ਹੈ। ਕਮਾਈ ਦੇ ਅੰਦਰ ਬੇਈਮਾਨੀ ਕਰ ਲੇਗਾ ਤੇ ਦੂਜੇ ਪਾਸੇ ਪੁੰਨ ਕਰਮਾਂ ਵਾਲੇ ਪਾਸੇ ਹੋ ਜਾਏਗਾ ਕਿ ਮੈਂ ਇਹਦੇ ਨਾਲ ਪੁੰਨ ਵੀ ਕਰ ਲਵਾਂਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਐਸਾ ਨਹੀਂ, ਮਨ ਸਾਫ਼ ਕਰਨਾ ਪਵੇਗਾ। ਇੱਥੇ ਚੰਗੇ ਗੁਣਾਂ ਨੂੰ ਧਾਰਨ ਕਰਨਾ, ਚੰਗੇ ਕਰਮ ਕਰਨੇ ਭਾਵ ਜੋ ਸ਼ੁਭ ਕਰਮ ਨੇ, ਕਿਸੇ ਗਰੀਬ ਦੀ ਮਦਦ ਕਰਨੀ, ਕਿਸੇ ਦੀ ਬਾਹ ਪਕੜ ਲੈਣੀ, ਕਿਸੇ ਪਰਉਪਕਾਰ ਵਾਸਤੇ ਆਪਾ ਵਾਰ ਦੇਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦਾ ਸਿਮਰਨ ਤੇ ਉਸਤਤ ਇਹ ਕਰਕੇ ਕਰਨੀ ਕਿ ਅਕਾਲ ਪੁਰਖ ਤੁਸੀਂ ਵੱਡੇ ਹੋ, ਮੇਰੇ ਜੀਵਨ ਦਾ ਮਨੋਰਥ ਹੀ ਇਹ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਥੇ ਇਹਨਾਂ ਨੂੰ ਭਲੇ ਕਰਮ ਮੰਨਿਆ ਜਾਂਦਾ ਹੈ। ਨਹੀਂ ਤਾਂ ਫਿਰ ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਮਾਰੇ ਕਹਿੰਦੇ ਜੇ ਕਿਤੇ ਮਨ ਮੈਲਾ ਹੈ ਤੇ ਫਿਰ ਉਹਨਾਂ ਦੇ ਕੀਤੇ ਹੋਏ ਮਨੁੱਖ ਦੇ ਪੁੰਨ ਕਰਮ ਜੋ ਨੇ ਉਹ ਵੀ ਮੈਲੇ ਨੇ, ਉਹ ਉਹਦੇ ਨਾਲ ਸਾਫ਼ ਨਹੀਂ ਹੋ ਜਾਣਗੇ। ਕਿ ਜੇ ਕਿਤੇ ਮਨ ਮੈਲਾ ਹੈ ਤੇ ਸਰੀਰ ਧੋਈ ਜਾ ਰਿਹਾ। ਮੈਂ ਤੀਰਥਾਂ ਦੇ ਉੱਤੇ ਚਲਿਆ ਤੇ ਦੁਨੀਆ ਦੀ ਲੁੱਟ ਖਸੁੱਟ ਕਰਦਾ ਰਵੇ, ਦੂਜੇ ਦਾ ਹੱਕ ਖਾਂਦਾ ਰਵੇ, ਨਫ਼ਰਤ, ਈਰਖਾ, ਦਵੈਤ, ਨਿੰਦਿਆ, ਚੁਗਲੀ, ਬਖੀਲੀ ਫੈਲਾਉਂਦਾ ਰਵੇ, ਸਤਿਗੁਰੂ ਦੇ ਪ੍ਰਵਾਨ ਨਹੀਂ ਹੋ ਸਕਦਾ। ਤੇ ਸਤਿਗੁਰੂ ਪਾਤਸ਼ਾਹ ਨੇ ਇਹ ਗੱਲ ਸਮਝਾ ਦਿੱਤੀ ਕਿ ਭਾਈ ਮਨੁੱਖ ਜੋ ਹੈ ਇਹ ਪਾਪ ਪੁੰਨ ਦੇ ਦੋ ਇਹਨੇ ਬਲਦ ਅੱਗੇ ਇਕੱਠੇ ਕਰ ਲਏ ਤੇ ਇਹਨਾਂ ਨੂੰ ਲੈ ਕੇ ਚੱਲ ਰਿਹਾ। ਤੇ ਗੁਰਬਾਣੀ ਦੇ ਅੰਦਰ ਸਤਿਗੁਰੂ ਕਹਿੰਦੇ ਨੇ ਪਾਪ ਪੁੰਨ ਵਰਤੈ ਸੰਸਾਰਾ, ਹਰਖ ਸੋਗ ਬਹੁ ਦੁੱਖ ਹੈ ਪਾਰਾ। ਮਾਰੇ ਕਹਿੰਦੇ ਭਾਈ ਕਿ ਇਹ ਜੋ ਪਾਪ ਪੁੰਨ ਹੈ ਸਾਰੇ ਸੰਸਾਰ ਦੇ ਅੰਦਰ ਵਰਤ ਰਿਹਾ ਹੈ। ਪਰਿਭਾਸ਼ਾ ਆਪਣੀ ਆਪਣੀ ਹੈ ਲੋਕਾਂ ਦੀ। ਤੇ ਜਿਹੜੇ ਲੋਕੀ ਕਿਸੇ ਲਾਲਸਾ ਵਸ ਪੁੰਨ ਕਰੀ ਜਾ ਰਹੇ ਨੇ, ਜਾਂ ਜਿਨ੍ਹਾਂ ਕਰਮਾਂ ਨੂੰ ਚੰਗਾ ਸਮਝ ਕੇ ਕਰੀ ਜਾ ਰਹੇ ਨੇ, ਪਾਪ ਕੀਤੇ ਜਾ ਰਹੇ ਨੇ, ਸਤਿਗੁਰੂ ਕਹਿੰਦੇ ਨੇ ਭਾਈ ਹਰਖ ਸੋਗ ਸਾਰੇ ਸੰਸਾਰ ਦੇ ਅੰਦਰ ਵਰਤਿਆ ਹੋਇਆ ਵੱਡਾ ਦੁੱਖ ਹੈ।
ਤੇ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਖੇਤੀ ਵੰਜ ਨਾਵੈ ਕੀ ਓਟ, ਪਾਪ ਪੁੰਨ ਬੀਜ ਕੀ ਖੋਟ। ਸਤਿਗੁਰੂ ਕਹਿੰਦੇ ਜਿਵੇਂ ਭਾਈ ਮਨੁੱਖ ਤੂੰ ਆਪਣੇ ਉਦਰ ਦੇ ਵਾਸਤੇ ਖੇਤੀ ਵੰਜ ਦਾ ਸਹਾਰਾ ਲੈਂਦਾ ਨਾ, ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਲੈ। ਜਿਨ੍ਹਾਂ ਪਾਪ ਪੁੰਨ ਦੇ ਵਿੱਚ ਤੂੰ ਫਸਿਆ ਪਿਆ ਹੈ, ਸਤਿਗੁਰੂ ਕਹਿੰਦੇ ਪਾਪ ਪੁੰਨ ਬੀਜ ਕੀ ਪੋਟ, ਇਹ ਜੋ ਪੋਟਲੀ ਹੈ ਨਾ ਬੀਜ ਦੀ, ਇਹ ਫਿਰ ਪੁੰਗਰਦੀ ਰਹਿੰਦੀ ਹੈ। ਪਾਪ ਨੇ ਤੇ ਹੋਰ ਹੋਈ ਜਾਂਦੇ ਨੇ, ਜਿਹੜੇ ਤੂੰ ਲਾਲਸਾ ਵਸ ਕਿਤੇ ਜੋ ਪੁੰਨ ਕਰਮ ਕਰੀ ਜਾ ਰਹੇ ਪਈ ਇਹ ਮੇਰੇ ਪੁੰਨ ਨੇ, ਤੇ ਸਤਿਗੁਰੂ ਕਹਿੰਦੇ ਉਹ ਵੀ ਹੋਰ ਪੁੰਗਰਦੇ ਜਾਂਦੇ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਭਾਈ ਨਾਮ ਨੂੰ ਇਸ ਤਰ੍ਹਾਂ ਲਵੋ ਜਿਵੇਂ ਖੇਤੀ ਤੇ ਵੰਜ ਨੂੰ ਤੂੰ ਆਪਣੇ ਸਰੀਰ ਦੇ ਵਾਸਤੇ ਲੈਂਦਾ ਹੈ, ਤੇ ਕੋਈ ਵੀ ਪਾਪ ਪੁੰਨ ਕੀਤਾ ਹੋਇਆ ਕਰਮ ਬੀਜ ਦੀ ਜਿਹੜੀ ਪੋਟ ਬਣ ਜਾਂਦਾ ਹੈ, ਤੇ ਇਹ ਹੋਰ ਕਰਨ ਨੂੰ ਪ੍ਰੇਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਕਹਿੰਦੇ ਇਹ ਗੱਲ ਵੀ ਚੇਤੇ ਰੱਖੀ ਕਿ ਜਦੋਂ ਤੂੰ ਪਾਪ ਤੇ ਪੁੰਨ ਦੇ ਵਿੱਚ ਫਸਿਆ ਹੈ ਨਾ, ਤੇ ਭਾਈ ਮਨੁੱਖ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇਰੇ ਕੋਲ ਕਿਉਂ ਲੈ ਕੇ ਅਰਦਾਸ ਕਰਾਂ ਹੈ। ਮੇਰੇ ਜੋ ਭਲੇ ਕਰਮ ਨੇ ਬੁਰੇ ਕਰਮ ਨੇ, ਪਾਪ ਤੇ ਪੁੰਨ ਨੇ, ਇਹ ਦੋਵੇਂ ਤਾਂ ਮੇਰੇ ਸਾਖੀ ਨੇ, ਨਾਲ ਇਹ ਨਾਲ ਚੱਲ ਰਹੇ ਨੇ, ਨਾਲ ਦੱਸ ਰਹੇ ਨੇ। ਪਾਪ ਭਾਵੇਂ ਅਸੀਂ ਆਪਣੀ ਗੱਲ ਕਰੀਏ, ਦੂਜਿਆਂ ਦੀ ਕਰੀਏ, ਭਲੇ ਕਰਮ ਦੀ ਗੱਲ ਕਰੀਏ, ਜਾਂ ਉਹਨਾਂ ਵੱਲੋਂ ਇੱਕ ਜੋ ਨੀਅਤ ਕੀਤੇ ਹੋਏ ਪੁੰਨ ਕਰਮ ਨੇ ਉਹਨਾਂ ਦੀ ਗੱਲ, ਜਾਂ ਜਿਨ੍ਹਾਂ ਨੂੰ ਉਹ ਪਾਪ ਮੰਨਦੇ ਨੇ ਕਿ ਇਹ ਕਰਮ ਕਰਨੇ ਪਾਪ ਨੇ, ਜਾਂ ਸਾਡੇ ਵਾਸਤੇ ਜੋ ਨੇ ਅਸੀਂ ਨੱਕੀ ਦੇ ਕਰਮ ਮੰਨਦੇ ਆ ਉਹਨਾਂ ਨੂੰ ਕਿ ਭਈ ਇਹ ਕਰਮ ਸਾਨੂੰ ਨਹੀਂ ਕਰਨੇ ਚਾਹੀਦੇ, ਗੁਰਸਿੱਖ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਤੇ ਸਤਿਗੁਰੂ ਕਹਿੰਦੇ ਇਹ ਤਾਂ ਸਾਡੀ ਸਾਖੀ ਭਰਦੇ ਨੇ ਨਾਲ ਨਾਲ। ਪੰਡਤ ਪੜਨਾ ਪੋਚੀ ਬੋ ਆਲ ਜੰਜਾਲਾ, ਪਾਪ ਪੁੰਨ ਦੋਇ ਸੰਗਮੇ ਖੁਦਿਆ ਜਮਕਾਲਾ। ਮਹਾਰਾਜ ਕਹਿੰਦੇ ਨੇ ਭਾਈ ਪੜ ਕੇ ਵੀ ਕੋਈ ਉਸ ਪਰਮਾਤਮਾ ਦਾ ਭੇਦ ਨਹੀਂ ਪਾ ਸਕਦਾ। ਵਿਦਵਾਨ ਲੋਕੀ, ਪੰਡਤ ਲੋਕੀ ਇਹ ਮਾਇਆ ਦੇ ਜਾਲ ਜੰਜਾਲ ਵਿੱਚ ਫਸੇ ਨੇ। ਇਹ ਜਿਹੜੇ ਪਾਪ ਪੁੰਨ ਦੀ ਪਰਿਭਾਸ਼ਾ ਨਾ, ਜਿੱਥੇ ਮਨੁੱਖ ਖਾਸ ਕਰਮ ਦੇ ਕਰਮ ਕਰੀ ਜਾ ਰਿਹਾ, ਜਿਹਨੂੰ ਕਰਮਕਾਂਡ ਕਹਿੰਦੇ ਆ, ਸਤਿਗੁਰੂ ਕਹਿੰਦੇ ਇਹ ਉਲਟੀ ਮਾਇਆ ਦੇ ਜਾਲ ਵਿੱਚ ਫਸਣ ਵਾਲੀ ਗੱਲ ਹੈ। ਤੇ ਇਹ ਪਾਪ ਪੁੰਨ ਜਿਹੜੇ ਨੇ, ਸਤਿਗੁਰੂ ਕਹਿੰਦੇ ਨੇ ਇਹ ਦੋਏ ਤੋਂ ਭਾਵ ਦੁਬਦਾ, ਇਹ ਸਾਡੇ ਅੰਦਰ ਦੁਬਦਾ ਪੈਦਾ ਕਰ ਰਹੇ ਨੇ। ਤੇ ਲੋਕੀ ਜੋ ਨੇ ਨਾ ਉਹ ਮੌਤ ਦੇ ਡਰ ਦੇ ਵਿੱਚ ਫਸੇ ਹੋਏ ਨੇ, ਸਹਿਮ ਦੇ ਵੀ ਫਸੇ ਹੋਏ ਨੇ। ਪਾਪ ਪੁੰਨ ਦੋਇ ਸੰਗਮੇ ਖੁਦਿਆ ਜਮਕਾਲਾ, ਕਿ ਭਈ ਉੱਥੇ ਸਹਿਮ ਦੇ ਵਿੱਚ ਫਸੇ ਨੇ। ਕੋਈ ਉੱਠ ਕੇ ਕੱਤਕ ਮਹੀਨਾ ਨਹਾ ਰਿਹਾ ਕਿ ਕੱਤਕ ਮਹੀਨੇ ਦੇ ਨਹਾਤਿਆਂ ਬੜਾ ਪੁੰਨ ਲੱਭੇਗਾ। ਕੋਈ ਜੋ ਹੈ ਕਿਸੇ ਖਾਸ ਦਿਨ ਦੇ ਉੱਤੇ ਦਾਨ ਦੇ ਰਿਹਾ, ਕਮਾਈ ਭਾਵੇਂ ਉਹਦੀ ਆਪਣੀ ਨੇਕ ਹੈ ਜਾਂ ਨਹੀਂ, ਉਹ ਦੇਈ ਜਾ ਰਿਹਾ, ਤੇ ਕਹਿੰਦਾ ਭਈ ਇਹਦੇ ਵਿੱਚ ਉਹ ਸੋਚਦਾ ਇਹਦੇ ਨਾਲ ਮੇਰਾ ਭਲਾ ਹੋ ਰਿਹਾ। ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਨੂੰ ਬਣਾਇਆ ਹੈ, ਉਹਦੇ ਵਿੱਚ ਮਾਇਆ ਦੇ 3 ਗੁਣ ਪੈਦਾ ਕੀਤੇ। ਉਸ ਤੋਂ ਬਾਅਦ ਇਹ ਪਾਪ ਪੁੰਨ ਦੀ ਕਹਾਵਤ ਹੋ ਗਈ ਕਿ ਰੱਬ ਨੂੰ ਇਹ ਕੀਤਿਆਂ ਖੁਸ਼ ਕੀਤਾ ਜਾ ਸਕਦਾ, ਇਹ ਕੀਤਿਆਂ ਖੁਸ਼ ਕੀਤਾ ਜਾ ਸਕਦਾ, ਇਹ ਕਰਮਕਾਂਡ ਕਰ ਲਈਓ, ਇਹ ਕਰਮਕਾਂਡ ਚੰਗਾ, ਤੇ ਇਹ ਜੋ ਨੇ ਨੱਖੀ ਦੇ ਕਰਮ ਨੇ। ਤੇ ਫਿਰ ਗੱਲ ਉੱਥੇ ਆ ਗਈ, ਇੱਕ ਦੇ ਵਾਸਤੇ ਨੱਖੀ ਤੇ ਦੂਜੇ ਵਾਸਤੇ ਪੁੰਨ, ਇੱਕ ਦੇ ਵਾਸਤੇ ਪੁੰਨ ਦੂਜੇ ਵਾਸਤੇ ਪਾਪ। ਸਤਿਗੁਰੂ ਕਹਿੰਦੇ ਭਈ ਜੈ ਆਪ ਰਚਿਓ ਪਰਪੰਚ ਆਕਾਰ, ਤੇ ਗੁਣ ਮੇ ਕੀਨੋ ਵਿਸਥਾਰ, ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਕੋਈ ਨਰਕਾਂ ਤੋਂ ਡਰਦਾ ਚੰਗੇ ਕਰਮ ਕਰਨ ਦੇ ਕਹਿ ਰਿਹਾ ਭਈ ਮੈਂ ਪੁੰਨ ਕਰ ਰਿਹਾ, ਤੇ ਕੋਈ ਜੋ ਹੈ ਸਵਰਗਾਂ ਦੀ ਲਾਲਸਾ ਰੱਖ ਕੇ ਕਹਿੰਦਾ ਮੈਂ ਕਰੀ ਜਾ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਕੇਵਲ ਤੇ ਕੇਵਲ ਕਿਸੇ ਨਾ ਕਿਸੇ, ਅਸੀਂ ਕਹਿ ਸਕਦੇ ਹਾਂ ਡਰ ਅਧੀਨ, ਕਿਸੇ ਲਾਲਚ ਦੇ ਉੱਤੇ ਇਹ ਚੀਜ਼ਾਂ ਜੋ ਨੇ ਇਹ ਕਰਮ ਕੀਤੇ ਜਾ ਰਹੇ ਨੇ। ਤੇ ਮਾਰੇ ਬਖਸ਼ਿਸ਼ ਕਰਦੇ ਨੇ ਪਾਪ ਪੁੰਨ ਦੋਏ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣਿਆਨ। ਕਹਿੰਦੇ ਜਿਹੜੇ ਰੱਬ ਦੇ ਬੰਦੇ ਨੇ ਨਾ, ਜਿਨ੍ਹਾਂ ਨੂੰ ਸੋਝੀ ਹੋ ਜਾਂਦੀ ਹੈ, ਉਹਨਾਂ ਵਾਸਤੇ ਪਾਪ ਪੁੰਨ ਬਰਾਬਰ ਹੋ ਜਾਂਦੇ। ਉਹ ਲਾਲਸਾ ਨਹੀਂ ਰੱਖਦੇ ਮੈਂ ਇਹ ਕਰਮ ਕਰਾਂਗਾ ਰੱਬ ਮੇਰੇ ਤੇ ਖੁਸ਼ ਹੋ ਜਾਵੇਗਾ, ਮੈਂ ਇਹ ਕਿਸੇ ਨੂੰ ਦੇਵਾਂਗਾ ਤੇ ਇਹਦੇ ਬਦਲੇ 'ਚ ਰੱਬ ਮੈਨੂੰ ਇਹ ਦੇਵੇਗਾ। ਸਤਿਗੁਰੂ ਕਹਿੰਦੇ ਇਹ ਗੱਲ ਨਹੀਂ। ਉਹਨਾਂ ਦੀ ਅਵਸਥਾ ਇਹ ਹੈ, ਸਤਿਗੁਰੂ ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ, ਆਪਣੇ ਹਿਰਦੇ ਘਰ ਵਿੱਚ ਪਾਰਸ ਰੂਪੀ ਪ੍ਰਮਾਤਮਾ ਨੂੰ ਵਸਾ ਲੈਂਦੇ। ਤੇ ਸਤਿਗੁਰੂ ਕਹਿੰਦੇ ਤਜੋ ਗੁਣ ਆਨ, ਇਹ ਬਾਕੀ ਦੇ ਜਿੰਨੇ ਕਰਮਕਾਂਡ ਨੇ ਨਾ ਇਹਨਾਂ ਨੂੰ ਛੱਡ ਦਿੰਦੇ ਨੇ। ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ ਤਜੋ ਗੁਣ ਆਨ। ਇਹ ਬਾਕੀ ਵਾਲੇ ਜੋ ਕਰਮ ਨੇ, ਇਹ ਕਰਮਕਾਂਡ, ਇਹ ਇਹਨਾਂ ਨੂੰ ਛੱਡ ਦਿੰਦੇ ਨੇ। ਇਹਨਾਂ ਨੂੰ ਕੋਈ ਲਾਲਸਾ ਨਹੀਂ ਕਿ ਇਹ ਕੀਤਿਆਂ ਰੱਬ ਲੱਭੇਗਾ, ਇਹ ਕੀਤਿਆਂ ਸਾਡੇ ਉੱਤੇ ਰੱਬ ਹੋਰ ਖੁਸ਼ ਹੋ ਜਾਵੇਗਾ, ਇਹ ਕੀਤਿਆਂ ਸਾਨੂੰ ਰੱਬ ਇਹ ਚੀਜ਼ ਦੇ ਦੇਵੇਗਾ। ਜਿਵੇਂ ਆਮ ਕਰਕੇ ਡਰ ਹੈ ਭਈ ਸ਼ਨੀ ਵਾਲੇ ਦਿਨ ਜੇ ਕਿਤੇ ਛੋਲੇ ਲਾਵਾਂਗੇ ਤੇ ਇਹ ਲੱਭੇਗਾ, ਫਲਾਣੇ ਨੂੰ ਜੋ ਹੈ ਮਿੱਠਾ ਪ੍ਰਸ਼ਾਦ ਦਿਆਂਗੇ ਤੇ ਇਹ ਲੱਭ ਜਾਵੇਗਾ। ਜੇ ਕਿਤੇ ਅਸੀਂ ਤਾਂ ਗੁਰੂ ਘਰਾਂ ਤੱਕ ਵੀ ਇਹ ਚੀਜ਼ਾਂ ਲੈ ਕੇ ਪਹੁੰਚ ਗਏ ਹਾਂ
ਜਾਂ ਫਿਰ ਕਿਸੇ ਖਾਸ ਦਿਨ ਦੇ ਉੱਤੇ ਇਹ ਚੀਜ਼ ਦਾਨ ਕਰਾਂਗੇ, ਇਹਦੇ ਨਾਲ ਸਾਨੂੰ ਇਹ ਫਲ ਲੱਭੇਗਾ। ਸਾਧੂ ਕਹਿੰਦੇ ਨੇ ਇਹ ਗੱਲ ਨਹੀਂ। ਭਗਤ ਜੀ ਕਹਿੰਦੇ ਨੇ ਇਹ ਨਹੀਂ ਭਾਈ, ਜਿਨ੍ਹਾਂ ਨੇ ਆਪਣੇ ਨਿੱਜ ਘਰ ਦੇ ਅੰਦਰ, ਹਿਰਦੇ ਘਰ ਦੇ ਅੰਦਰ ਪ੍ਰਮਾਤਮਾ ਨੂੰ ਵਸਾ ਲਿਆ ਤੇ ਫਿਰ ਉਹ ਬਾਕੀ ਇਹਨਾਂ ਕਰਮ ਕਾਂਡਾਂ ਨੂੰ ਛੱਡ ਦਿੰਦੇ ਨੇ, ਇੱਕ ਪਾਸੇ ਕਰ ਦਿੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਾਣੀ ਦੇ ਅੰਦਰ, ਪੁੰਨ ਪਾਪ ਸਭ ਬੇਦ ਦ੍ਰਿੜਾਇਆ, ਗੁਰਮੁਖ ਅੰਮ੍ਰਿਤ ਪੀਜੈ। ਕਹਿੰਦੇ ਨੇ ਪੁੰਨ ਪਾਪ ਜਿਹੜੇ ਨਾ, ਇਹ ਗੁਰਮੁਖ ਨੇ ਇਹਨਾਂ ਵਾਲੇ ਪਾਸੇ ਕਦੀ ਧਿਆਨ ਨਹੀਂ ਦਿੱਤਾ। ਇਹ ਮਨੁੱਖਤਾ ਦੀ ਸੇਵਾ ਦੇ ਅੰਦਰ ਹੈ। ਇਹ ਨਖਿੰਦ ਕਰਮਾਂ ਨੂੰ ਇਸ ਕਰਕੇ ਛੱਡ ਦਿੰਦਾ ਹੈ ਕਿ ਮੇਰੇ ਗੁਰੂ ਨੇ ਇੱਥੋਂ ਰੋਕਿਆ ਹੈ, ਮੇਰੇ ਗੁਰੂ ਨੇ ਇਹ ਹੁਕਮ ਕੀਤਾ ਹੈ ਕਿ ਭਾਈ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਅੰਦਰੋਂ ਬਾਹਰੋਂ ਸਾਫ਼ ਤੇ ਪਾਕ ਹੋਣਾ ਹੈ, ਉਸ ਗੁਰੂ ਵਰਗਾ ਬਣਨਾ ਹੈ। ਕਿਉਂਕਿ ਗੁਰੂ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਗੁਰੂ ਤਾਂ ਧੂੜ ਮੰਗਦਾ ਹੈ, ਤੇ ਧੂੜ ਕਿੱਦਾਂ ਦੀ ਮੰਗੇਗਾ ਭਾਈ? ਬਿਲਕੁਲ ਪਾਕ ਸਾਫ਼ ਗੁਰੂ ਵਰਗਾ ਹੋਵੇ। ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਇਹ ਵੇਦ ਦਾ ਇੱਕ ਉਹਨਾਂ ਦੇ ਹਵਾਲਾ ਦੇ ਕੇ ਕਿ ਭਈ ਪੁੰਨ ਪਾਪ ਸਭ ਵੇਦ ਦ੍ਰਿੜਾਇਆ, ਇਹ ਉਹਨਾਂ ਦਾ ਬਣਾਇਆ ਹੋਇਆ ਇੱਕ ਜਾਲ ਭਈ। ਤੇ ਦੂਜੇ ਪਾਸੇ ਗੁਰਮੁਖ ਅੰਮ੍ਰਿਤ ਪੀਜੈ, ਜਿਹੜਾ ਗੁਰਮੁਖ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ, ਉਹ ਤੇ ਕੇਵਲ ਉਹਦਾ ਨਿਸ਼ਾਨਾ ਹੀ ਅੰਮ੍ਰਿਤ ਹੈ, ਪ੍ਰਮਾਤਮਾ ਦੀ ਬੰਦਗੀ ਹੈ, ਪ੍ਰਮਾਤਮਾ ਦਾ ਸਿਮਰਨ ਹੈ, ਪਰਮਾਤਮਾ ਦੇ ਵਿੱਚ ਲੀਨ ਹੋਣਾ ਹੈ। ਤੇ ਪਾਪ ਪੁਣ ਕੀ ਸਾਰ ਨਾ ਜਾਣਨਾ, ਪੂਲਾ ਫਿਰੈ ਅਜਾਈ। ਸਤਿਗੁਰੂ ਕਹਿੰਦੇ ਜਿਹੜੇ ਸੱਚ ਸੋਝੀ ਨਹੀਂ ਆਈ, ਆਪਣੇ ਲਾਲਸਾ ਦੇ ਉੱਤੇ ਉਹ ਇਹੋ ਜਿਹੇ ਕਰਮ ਕਰ ਰਿਹਾ ਹੈ, ਤੇ ਸਤਿਗੁਰੂ ਕਹਿੰਦੇ ਭਾਈ ਭੁੱਲਾ ਹੈ, ਕਰਮ ਕਾਂਡਾਂ ਵਿੱਚ ਫਸਿਆ, ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ। ਹੁਣ ਸਤਿਗੁਰੂ ਸਾਨੂੰ ਪੁੰਨ ਪਾਪ ਕੀ ਦੱਸਦੇ ਨੇ? ਸਾਨੂੰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸੱਤੀ ਪੈਰੀ ਸਤ ਭਲਾ, ਬਈਏ ਪੜਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਕਹਿੰਦੇ ਨੇ ਭਾਈ ਜਿਵੇਂ ਤੂੰ ਅੰਮ੍ਰਿਤ ਵੇਲੇ ਉੱਠਿਆ ਨਾ, ਬੰਦਗੀ ਕੀਤੀ, ਬਾਕੀ ਜਿਹੜੇ 7 ਪੈਰ ਨੇ ਨਾ ਤੇਰੀ ਰੋਜ਼ ਦੇ, ਉਹਦੇ ਵਿੱਚ ਵੀ ਤੂੰ ਇੱਕ ਗੱਲ ਕਰ ਕਿ ਸੱਚ ਨਾਲ ਜੁੜ, ਭਲੇ ਪੁਰਸ਼ਾਂ ਦੇ ਨਾਲ, ਚੰਗਿਆਂ ਦੀ ਸੰਗਤ ਕਰ, ਉਹਨਾਂ ਕੋਲ ਬੈਠ। ਉੱਥੇ ਜੋ ਹੈ ਚੰਗੇ ਤੇ ਮਾੜੇ ਦੀ ਪਾਪ ਪੁੰਨ ਵਿਚਾਰੀ ਹੈ ਕਿ ਭਾਈ ਕਿਹੜਾ ਰਸਤਾ ਗੁਰੂ ਨੇ ਦੱਸਿਆ ਹੈ, ਕਿਹੜਾ ਚੰਗਾ ਹੈ ਕਿਹੜਾ ਮਾੜਾ ਹੈ, ਇਹਦੀ ਵਿਚਾਰ ਕਰ। ਤੇ ਫਿਰ ਕੂੜਾ ਘਟੈ ਰਾਸ, ਜਿਹੜੀ ਕੂੜ ਦੀ ਰਾਸ ਹੈ ਨਾ ਉਹਨੂੰ ਘਟਾ, ਸੱਚ ਦੀ ਰਾਸ ਕੱਟੀ ਕਰ। ਇਹ ਸਤਿਗੁਰੂ ਕਹਿੰਦੇ ਤੇਰੇ ਵਾਸਤੇ ਇਹ ਪਾਪ ਤੇ ਪੁੰਨ ਹੈ, ਇਹ ਗੁਰਮਤਿ ਦਾ ਸਿਧਾਂਤ ਹੈ। ਤੇ ਫਿਰ ਹੁਣ ਭਗਤ ਜੀ ਇਹ ਗੱਲ ਸਮਝਾ ਰਹੇ ਨੇ ਕਿ ਭਾਈ ਪਾਪ ਪੁੰਨ ਦੋਏ ਬੈਲ ਬਿਸਾਏ, ਪਵਨ ਪੂੰਜੀ ਪ੍ਰਗਾਸਿਓ। ਇਹ 2 ਬਲਦ ਲੈ ਕੇ ਮਨੁੱਖ ਨਿਕਲ ਗਿਆ ਹੈ, ਹੁਣ ਕਿਹਦੇ ਵਾਸਤੇ? ਵਣਜ ਕਰਨ ਵਾਸਤੇ। ਤੇ ਇਸ ਵਣਜ ਦੇ ਅੰਦਰ ਜੋ ਸਵਾਸਾਂ ਦੀ ਪੂੰਜੀ ਹੈ, ਇਹ ਜੋ ਸਵਾਸਾਂ ਦੀ ਰਾਸ ਹੈ, ਇਸ ਨੂੰ ਲੈ ਕੇ ਹਰ ਜੋ ਜੀਵ ਹੈ ਉਸ ਦਾ ਜਨਮ ਹੋਇਆ, ਉਹ ਪ੍ਰਗਟ ਹੋ ਗਿਆ। ਤ੍ਰਿਸ਼ਨਾ ਗੁਣ ਪਰੀ ਕਟ ਪੀਤਰ, ਇਨ ਬਿਦ ਟਾਂਡ ਬਿਸਾਇਓ। ਹੁਣ ਬਖਸ਼ਿਸ਼ ਕਰ ਰਹੇ ਨੇ ਭਗਤ ਜੀ ਕਿ ਇਹਦੇ ਅੰਦਰ ਨਾ ਹੁਣ ਛੱਟ ਜਿਹਦੇ ਅੰਦਰ ਸੋਦਾ ਪਾਇਆ ਜਾਂਦਾ ਹੈ। ਕਹਿੰਦੇ ਨੇ ਫਿਰ ਹੁਣ ਉੱਥੇ ਛੱਟ ਦੀ ਵੀ ਲੋੜ ਹੈ, ਕਿਉਂਕਿ ਸੋਦਾ ਉਹ ਪਾਏਗਾ। ਛੱਟ ਦੇ ਅੰਦਰ ਅਸੀਂ ਆਮ ਕਰਕੇ ਦੇਖਿਆ ਘੋੜਿਆਂ ਦੇ ਉੱਤੇ 2 ਜੋ ਨੇ ਉਹ ਬੋਰੀਆਂ ਵਧੀਆਂ ਜਾਂਦੀਆਂ ਸਨ, ਵਿੱਚ ਸਮਾਨ ਪਾਇਆ ਹੋਇਆ, ਤੇ ਉਹਨੂੰ ਕਹਿੰਦੇ ਸੀ ਇਹ ਛੱਟ ਹੈ ਜੀ, ਇੱਕ ਪਾਸੇ ਲਟਕ ਰਹੀ ਹੈ, ਇੱਕ ਪਾਸੇ ਲਟਕ ਰਹੀ ਹੈ। ਜਿਸ ਭਾਂਡੇ ਦੇ ਅੰਦਰ ਸੌਦਾ ਪਾਇਆ ਜਾ ਰਿਹਾ ਉਹਨੂੰ ਛੱਟ ਕੀ ਤੱਕ ਕਿਹਾ ਜਾਂਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜੀ ਛੱਟ ਹੈ ਨਾ, ਇਹ ਵੀ ਜ਼ਰੂਰਤ ਸੀ। ਤੇ ਫਿਰ ਅਗਲੀ ਗੱਲ ਇਹ ਸੀ ਕਿ ਭਈ ਇਹ ਜੋ ਮਾਲ ਸੌਦਾ, ਵਪਾਰ ਦਾ ਮਾਲ ਦੇ ਨਾਲ ਲੱਦਿਆ ਹੋਇਆ ਬੈਲਾਂ ਦਾ ਵਗ, ਇਹ ਵੀ ਇਹਨੇ ਖਰੀਦਿਆ ਹੋਇਆ। ਹਰੇਕ ਜੀਵ ਦੇ ਹਿਰਦੇ ਵਿੱਚ ਤ੍ਰਿਸ਼ਨਾ ਦੀ ਛੱਟ ਲੱਦੀ ਹੋਈ ਹੈ। ਕਹਿੰਦੇ ਛੱਟ ਕਿਹਦੀ ਹੋ ਗਈ? ਤ੍ਰਿਸ਼ਨਾ ਦੀ। ਤੇ ਫਿਰ ਉਸ ਦੇ ਨਾਲ ਉਹ ਜਦੋਂ ਛੱਟ ਤ੍ਰਿਸ਼ਨਾ ਦੀ ਲੱਦੀ ਹੈ, ਤੇ ਇਸ ਤਰ੍ਹਾਂ ਇਹ ਜਿਹੜੇ ਜੀਵ ਨੇ ਨਾ, ਇਹ ਮਾਲ ਨਾਲ ਲੱਦਿਆ ਹੋਇਆ ਜਿਹੜਾ ਆਪਣਾ ਟਾਂਡਾ ਹੈ, ਉਹ ਲੱਦਿਆ ਹੋਇਆ ਬੈਲਾਂ ਦਾ ਵਗ ਹੈ, ਉਸ ਨੂੰ ਲੈ ਕੇ ਚੱਲ ਰਹੇ ਨੇ, ਵਪਾਰ ਕਰ ਰਹੇ ਨੇ। ਹੁਣ ਜਿੱਥੇ ਜੋ ਗੂਣ ਛੱਟ ਹੀ ਤ੍ਰਿਸ਼ਨਾ ਦੀ ਹੋਵੇ ਤੇ ਉੱਥੇ ਰਾਸ ਪੂੰਜੀ ਬਚੇਗੀ? ਰਾਸ ਪੂੰਜੀ ਨਹੀਂ ਨਾ ਬਚ ਰਹੀ, ਰਾਸ ਜੋ ਖਤਮ ਹੋ ਰਹੀ ਹੈ। ਹੁਣ ਤ੍ਰਿਸ਼ਨਾ ਹੈ ਕੀ? ਜਦੋਂ ਅਸੀਂ ਤ੍ਰਿਸ਼ਨਾ ਵੱਲ ਝਾਤ ਮਾਰਦੇ ਹਾਂ, ਤ੍ਰਿਸ਼ਨਾ ਕੀ ਹੈ? ਤੇ ਅਸਲ ਵਿੱਚ ਜੋ ਤ੍ਰਿਸ਼ਨਾ ਹੈ ਨਾ, ਉਹ ਮਨੁੱਖ ਦੀ ਦੌੜ ਹੈ, ਸੰਸਾਰਿਕ ਪਦਾਰਥਾਂ ਦੇ ਪਿੱਛੇ ਦੌੜ ਲਾਈ ਰੱਖਣਾ, ਦੌੜਦੇ ਰਹਿਣਾ, ਹੋਰ ਇਕੱਠਾ ਕਰਨ ਦੀ ਲਾਲਸਾ। ਤ੍ਰਿਸ਼ਨਾ ਜੋ ਹੈ ਉਹ ਹੋਰ ਮਨੁੱਖ ਦੇ ਅੰਦਰ ਭਾਂਬੜ ਪਕਾਉਂਦੀ ਆ, ਹੋਰ ਇਕੱਠਾ ਕਰਨ ਵਾਸਤੇ, ਤੇ ਤ੍ਰਿਪਤੀ ਨਹੀਂ ਹੁੰਦੀ, ਭਾਵ ਰੱਜ ਨਹੀਂ ਆਉਂਦਾ। ਤੇ ਸਤਿਗੁਰੂ ਕਹਿੰਦੇ ਇਹ ਉਹਦੇ ਅੰਦਰ ਛੱਟ ਹੈ, ਇਸ ਛੱਟ ਨੂੰ ਲੈ ਕੇ ਵਪਾਰ ਕਰਨ ਵਾਸਤੇ ਨਿਕਲਿਆ ਹੈ। ਇਹ ਵੀ ਔਗਣ ਜੀਵਨ ਦੇ ਅੰਦਰ ਹੈ। ਤੇ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ,
ਕਿਸੇ ਵਿਰਲੇ ਦੀ ਤ੍ਰਿਸ਼ਨਾ ਬੁਝਦੀ ਹੈ, ਲੱਖ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰਾ ਹੀ ਕੁਲ ਜੀਏ। ਸਤਿਗੁਰੂ ਕਹਿੰਦੇ ਭਾਈ ਜਿੰਨਾ ਮਰਜ਼ੀ ਜੋੜ ਲਵੇ, ਲੱਖਾਂ ਕਰੋੜਾਂ ਇਕੱਠੇ ਕਰ ਲਵੇ, ਕਦੀ ਰੁਕਦਾ ਨਹੀਂ, ਰੁਕਦੀ ਇਹ ਤ੍ਰਿਸ਼ਨਾ, ਮੁਕਦੀ ਨਹੀਂ ਅੰਦਰ। ਤੇ ਸਤਿਗੁਰੂ ਕਹਿੰਦੇ ਵੱਡੇ ਵੱਡੇ ਰਾਜੇ ਨੇ ਯਾਰ ਘੁੰਮਣ ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਵੱਡੇ ਵੱਡੇ ਰਾਜੇ, ਵੱਡੇ ਵੱਡੇ ਜ਼ਮੀਨਾਂ ਦੇ ਮਾਲਕ, ਕਈ ਕਈ ਦੇਸ਼ ਜਿਨ੍ਹਾਂ ਦੇ ਕੋਲ ਸਨ ਜਿੱਤੇ ਹੋਏ, ਤ੍ਰਿਸ਼ਨਾ ਨਹੀਂ ਬੁੱਝੀ। ਕਹਿੰਦੇ ਨੇ ਸਿਕੰਦਰ ਕਿਤੋਂ ਲੰਘ ਰਿਹਾ ਸੀ ਨਾ, ਤੇ ਕਿਸੇ ਸਾਗਰ ਦੇ ਕੰਢਿਓਂ ਲੰਘਿਆ ਤੇ ਉੱਥੇ ਇੱਕ ਬੰਦਾ ਲੇਟਿਆ ਪਿਆ ਸੀ, ਘੋੜਿਆਂ ਦੀ ਦਗੜ ਦਗੜ ਫੌਜਾਂ ਜਾ ਰਹੀਆਂ ਨੇ। ਉਸ ਬੰਦੇ ਨੇ ਪਰਵਾਹ ਨਹੀਂ ਕੀਤੀ, ਬੰਦਾ ਉੱਠਿਆ ਨਹੀਂ। ਜਦੋਂ ਬੰਦਾ ਉੱਠਿਆ ਨਹੀਂ ਤੇ ਸਿਕੰਦਰ ਨੂੰ ਗੁੱਸਾ ਆ ਗਿਆ ਕਿ ਮੈਂ ਦੁਨੀਆ ਨੂੰ ਜਿੱਤਣ ਵਾਲਾ, ਮੈਂ ਇਹਦੇ ਕੋਲੋਂ ਲੱਗਿਆ, ਇਹ ਕੈਸਾ ਬੰਦਾ, ਇਹਨੇ ਉੱਠਿਆ ਨਹੀਂ, ਇਹਨੇ ਕੋਈ ਸਲਾਮ ਤੱਕ ਨਹੀਂ ਕੀਤੀ। ਕਹਿੰਦੇ ਜਦੋਂ ਉੱਠਿਆ ਨਹੀਂ ਤੇ ਸਿਕੰਦਰ ਨੇ ਘੋੜਾ ਰੋਕ ਲਿਆ, ਸਿਕੰਦਰ ਉਤਰ ਗਿਆ ਥੱਲੇ ਜਾ ਕੇ ਉਹਦੇ ਕੋਲ ਬੈਠਾ। ਕਹਿੰਦਾ ਤੂੰ ਮੈਨੂੰ ਜਾਣਦਾ ਮੈਂ ਕੌਣ ਆ? ਤੇ ਅੱਗੋਂ ਕਹਿੰਦਾ ਨਹੀਂ ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਕੌਣ ਹੋ? ਕਹਿੰਦਾ ਮੈਂ ਸਿਕੰਦਰ। ਕਹਿੰਦੇ ਹੋਏਗਾ ਕੋਈ ਸਿਕੰਦਰ? ਕਹਿੰਦਾ ਮੈਂ ਸਾਰੀ ਦੁਨੀਆ ਜਿੱਤ ਰਿਹਾ। ਕਹਿੰਦਾ ਜਿੱਤੀ ਹੋਵੇਗੀ। ਕਹਿੰਦਾ ਤੈਨੂੰ ਮੇਰਾ ਪਤਾ ਨਹੀਂ? ਉਹ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ। ਉਹ ਉਸ ਨੂੰ ਪੁੱਛਦਾ ਤੂੰ ਹੁਣ ਕੀ ਕਰ ਰਿਹਾ? ਕਹਿੰਦਾ ਹੋਰ ਜਿਹੜਾ ਰਹਿੰਦਾ ਇਲਾਕਾ ਜਿੱਤਣ ਜਾ ਰਿਹਾ, ਮੈਂ ਫਲਾਣਾ ਇਲਾਕਾ ਜਿੱਤ ਲਿਆ, ਫਲਾਣਾ ਜਿੱਤ ਲਿਆ, ਹੋਰ ਵੀ ਜਿੱਤਣ ਨੂੰ ਜਾ ਰਿਹਾ। ਤੇ ਉਸ ਜੋ ਉਹ ਬੰਦਾ ਸੀ ਉਹ ਧਰਮੀ ਸੀ, ਫਕੀਰ ਸੀ, ਰੱਬ ਦੀ ਰੰਗੀ ਹੋਈ ਕੋਈ ਰੂਹ ਸੀ। ਉਸ ਨੇ ਨਾ ਉਹ ਸਾਗਰ ਦੇ ਕੰਢੇ ਰੇਤ ਦੇ ਢੇਰ ਵਿੱਚ ਉਹਨੂੰ ਕਹਿਣ ਲੱਗਾ, ਛੋਟਾ ਜਿਹਾ ਇੱਕ ਦਾਇਰਾ ਮਾਰ ਕੇ ਕਹਿੰਦਾ ਜੇ ਕਦੇ ਸਾਰੀ ਦੁਨੀਆ ਇੰਨੀ ਕੁ ਹੋਵੇ, ਜਿਹਨੂੰ ਅਸੀਂ ਗਲੋਬ ਕਹਿੰਦੇ ਆ, ਉਹ ਛੋਟਾ ਜਿਹਾ ਦਾਇਰਾ ਮਾਰ ਕੇ ਕਹਿੰਦਾ ਜੇ ਕਦੇ ਸਾਰੀ ਦੁਨੀਆ ਇੰਨੀ ਹੋਵੇ, ਇਹਦੇ ਵਿੱਚ ਤੇਰਾ ਦੇਸ਼ ਕਿੱਥੇ ਹੋਵੇਗਾ? ਤੇ ਸਿਕੰਦਰ ਹੈਰਾਨ ਹੋ ਗਿਆ, ਕਹਿਣ ਲੱਗਾ ਯਾਰ ਇੰਨੀ ਕੋ ਦੁਨੀਆ ਹੋ ਜਾਵੇ, ਇੰਨੀ ਵੱਡੀ ਦੁਨੀਆ, ਇਹ ਨਿੱਕਾ ਜਿਹਾ ਤੂੰ ਜੋ ਦਾਇਰਾ ਮਾਰ ਰਿਹਾ, ਇਹਦੇ ਵਿੱਚ ਮੇਰਾ ਘਰ ਕਿੱਥੇ ਹੋਵੇਗਾ? ਇਹ ਕਿਵੇਂ ਲੱਭੇਗਾ? ਕਹਿੰਦਾ ਅੰਦਾਜ਼ਾ ਤੇ ਲਾ ਲੈ। ਉਹਨੇ ਥੋੜਾ ਜਿਹਾ ਉਂਗਲ ਜੋ ਹੈ ਉੱਥੇ ਰੱਖੀ, ਕਹਿਣ ਲੱਗੀ ਇੰਨੀ ਇੱਕ ਜਗ੍ਹਾ ਮੇਰਾ ਦੇਸ਼ ਹੋਏਗਾ। ਉਹਨੇ ਕਿਹਾ ਜੇ ਕਦੇ ਇੰਨਾ ਕੁ ਜਗ੍ਹਾ ਤੇਰਾ ਦੇਸ਼ ਹੋਏਗਾ ਤੇ ਇਹਦੇ ਵਿੱਚ ਤੂੰ ਦੇਖ ਤੇਰਾ ਘਰ ਕਿੱਥੇ ਹੋਵੇਗਾ, ਉੱਥੇ ਦੁਨੀਆ ਕਿੰਨੀ ਹੋਵੇਗੀ, ਤੂੰ ਕਿੱਥੇ ਹੋਵੇਗਾ? ਸਿਕੰਦਰ ਉਲਝਣ ਚ ਪੈ ਗਿਆ, ਚੁੱਪ ਹੋ ਗਿਆ, ਕਹਿਣ ਲੱਗਾ ਇਹਦੇ ਸਾਹਮਣੇ ਮੇਰੀ ਕੀ ਹਸਤੀ ਹੋਵੇਗੀ ਭਾਈ, ਇੰਨੀ ਬੜੀ ਦੁਨੀਆ ਦੇ ਅੰਦਰ ਫਿਰ ਮੇਰਾ ਘਰ, ਮੇਰਾ ਦੇਸ਼, ਮੇਰੀ ਹਸਤੀ ਕੀ ਹੋਵੇਗੀ? ਤੇ ਉਹ ਕਹਿਣ ਲੱਗਾ ਬਸ ਸੱਚ ਦੇ ਵਿੱਚ ਸਿਕੰਦਰ ਦੁਨੀਆ ਹੀ ਉਹ ਹੈ, ਹਸਤੀ ਮਿਟਾਉਣੀ ਪਵੇਗੀ। ਤੂੰ ਕਹਿੰਦਾ ਮੈਂ ਦੁਨੀਆ ਜਿੱਤ ਲਈ ਹੈ, ਹੋਰ ਜਿੱਤਣ ਨੂੰ ਜਾ ਰਿਹਾ, ਹੋਰ ਜਿੱਤਣ ਨੂੰ ਜਾ ਰਿਹਾ, ਤੇ ਤੂੰ ਮੈਨੂੰ ਪੁੱਛਿਆ ਸੀ ਤੂੰ ਕੀ ਕਰ ਰਿਹਾ? ਮੈਂ ਤਾਂ ਆਰਾਮ ਕਰ ਰਿਹਾ ਸੀ। ਤੂੰ ਦੱਸ ਮੈਨੂੰ ਤੂੰ ਹੋਰ ਕੀ ਕਰੇਗਾ? ਜਿੱਤ ਕੇ ਦੁਨੀਆ ਇੱਥੇ ਤੂੰ ਜਿੱਤ ਲਿਆ, ਅੱਗੇ ਜਿੱਤੇਗਾ, ਹੋਰ ਜਿੱਤੇਗਾ, ਲੋਕਾਂ ਦੀ ਕਤਲੋਗਾਰਤ ਹੋ ਰਹੀ ਹੈ, ਤੇ ਤੂੰ ਉਸ ਤੋਂ ਬਾਅਦ ਕੀ ਕਰੇਗਾ ਜਦੋਂ ਸਾਰੀ ਦੁਨੀਆ ਜਿੱਤ ਲੇਗਾ? ਕਹਿਣ ਲੱਗਾ ਜਦੋਂ ਸਾਰੀ ਜਿੱਤ ਲਾਂਗਾ ਨਾ, ਉਸ ਤੋਂ ਬਾਅਦ ਆਰਾਮ ਕਰਾਂਗਾ। ਤੇ ਉਸ ਫਕੀਰ ਨੇ ਕਿਹਾ ਜਿਹੜਾ ਤੂੰ ਇੰਨੀ ਦੁਨੀਆ ਨੂੰ ਜਿੱਤ ਕੇ ਦੌੜ ਦੌੜ ਕੇ ਆਰਾਮ ਕੋਈ ਨਹੀਂ ਕੀਤਾ, ਸਾਰੀ ਜ਼ਿੰਦਗੀ ਤੂੰ ਲਾ ਦਿੱਤੀ, ਦੁਨੀਆ ਦਾ ਖੂਨ ਡੁਲਿਆ, ਤੇਰੀਆਂ ਫੌਜਾਂ ਮਰ ਗਈਆਂ, ਦੂਜਿਆਂ ਦੀਆਂ ਫੌਜਾਂ ਮਰੀਆਂ, ਇੱਕ ਮੁਲਕ ਮਰਦਾ ਦੂਜਾ ਮਰਦਾ, ਕਹਿੰਦਾ ਉਸ ਤੋਂ ਬਾਅਦ ਆਰਾਮ ਕਰੇਗਾ, ਤੇ ਮੈਂ ਤੇ ਇੱਥੇ ਬੈਠਾ ਹੀ ਆਰਾਮ ਕਰ ਰਿਹਾ। ਭਾਵ ਕਿ ਤੇਰੀ ਤ੍ਰਿਸ਼ਨਾ ਬੁੱਝਣ ਵਾਲੀ ਨਹੀਂ, ਤੂੰ ਹੋਰ ਦੌੜੇਗਾ। ਇਹੋ ਗੱਲ ਸਤਿਗੁਰ ਕਹਿ ਰਹੇ ਨੇ, ਵੱਡੇ ਵੱਡੇ ਰਾਜੇ ਨੇ ਯਾਰ ਭੂਮਣ ਤਾਂ ਕਿ ਤ੍ਰਿਸ਼ਨਾ ਨਾ ਬੁਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੁਝੀ, ਦੇਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਜੇ ਕਿਤੇ ਤ੍ਰਿਸ਼ਨਾ ਦੀ ਛੱਟ ਲੱਦੀ ਹੋਵੇ ਤੇ ਵਪਾਰ ਦੇ ਵਿੱਚ ਫਾਇਦਾ ਹੋਵੇਗਾ। ਸਤਿਗੁਰ ਕਹਿੰਦੇ ਕਦੀ ਹੋ ਸਕਦਾ, ਭਗਤ ਜੀ ਕਹਿੰਦੇ ਕਦੀ ਹੋਵੇਗਾ ਭਾਈ? ਨਹੀਂ ਹੋ ਸਕਦਾ। ਇੱਥੇ ਤਾਂ ਭਾਂਬੜ ਭਖ ਰਹੇ ਨੇ ਤ੍ਰਿਸ਼ਨਾ ਦੇ, ਤੇ ਤ੍ਰਿਸ਼ਨਾ ਦੇ ਭਾਂਬੜ ਜੋ ਨੇ ਇਹ ਪਲਿਆ ਤੇਰੇ ਜੀਵਨ ਦੀ ਰਾਸ ਨੂੰ ਖਾ ਜਾਣਗੇ। ਜਿਹੜੀ ਤੂੰ ਰਾਸ ਲੈ ਕੇ ਆਇਆ ਨਾ ਸਵਾਸਾਂ ਦੀ, ਇਹ ਮੁੱਕਦੀ ਜਾ ਰਹੀ ਹੈ। ਇਹ ਕਰੋਨਾ ਕਾਲ ਦੇ ਅੰਦਰ ਅਸੀਂ ਕੀ ਦੇਖਿਆ ਕਿ ਲੁੱਟ ਮਚੀ ਹੋਈ ਸੀ। ਜਿਨ੍ਹਾਂ ਦੇ ਕੋਲ ਤ੍ਰਿਸ਼ਨਾ ਸੀ ਉਹਨਾਂ ਦੇ ਕੋਲ ਮਰੀਜ਼ ਆਇਆ, ਉਹਨਾਂ ਨੇ ਕਿਡਨੀ ਕੱਢ ਕੇ ਵੇਚ ਦਿੱਤੀ। ਜਿਨ੍ਹਾਂ ਦੇ ਕੋਲ ਤ੍ਰਿਸ਼ਨਾ ਸੀ ਉਹਨਾਂ ਨੇ ਪਾਣੀ ਨੂੰ ਇੰਜੈਕਸ਼ਨ ਬਣਾ ਕੇ ਵਿੱਚ ਗਲੂਕੋਜ਼ ਪਾ ਕੇ ਵਿੱਚ ਥੋੜਾ ਜਿਹਾ ਨਮਕ ਪਾ ਕੇ 30,000 ਰੁਪਏ ਦਾ ਵੇਚ ਦਿੱਤਾ। ਜਿਨ੍ਹਾਂ ਦੇ ਕੋਲ ਤ੍ਰਿਸ਼ਨਾ ਸੀ, ਜਦੋਂ ਹੁਕਮ ਹੋ ਗਿਆ ਕਿ ਪ੍ਰਾਈਵੇਟ ਹਸਪਤਾਲਾਂ ਦੇ ਅੰਦਰ ਬੈੱਡ ਜੋ ਨੇ ਉਹਦੇ ਉੱਤੇ ਇਲਾਜ ਲੋਕਾਂ ਦੇ ਹੋਣਗੇ, ਗਰੀਬਾਂ ਦੇ, ਜਿਹੜਾ ਖਾਲੀ ਹੈ ਬਾਹਰ ਵਾਲੇ ਨੂੰ ਅੰਦਰ ਪਾ ਦਿਓ ਗਰੀਬ ਨੂੰ, ਉਹਨਾਂ ਨੇ ਪੈਸੇ ਦੇ ਕੇ ਕੋਲੋਂ ਲੋਕੀ ਬੈੱਡਾਂ ਤੇ ਲਿਟਾ ਦਿੱਤੇ, ਨਾ ਫਰਜ਼ੀ ਲਿਖ ਕੇ ਕਿ ਭਈ ਇਹ ਮਰੀਜ਼ ਨੇ ਕਰੋਨਾ ਦੇ। ਤੇ ਜਦੋਂ ਕੋਈ ਵੱਡੀ ਸਾਮੀ ਆਈ ਉਸ ਨੂੰ ਫਰਜ਼ੀ ਨੂੰ ਉਠਾ ਦਿੱਤਾ, ਉਹਨੂੰ ਲਿਟਾ ਦਿੱਤਾ। ਜਿਨ੍ਹਾਂ ਦੇ ਕੋਲ ਤ੍ਰਿਸ਼ਨਾ ਸੀ ਉਹਨਾਂ ਨੇ ਗੈਸ ਦੇ ਸਿਲੰਡਰ ਜੋ ਸਨ ਉਹ ਬਲੈਕ ਵਿੱਚ ਵੇਚੇ, ਤੇ ਜਿਨ੍ਹਾਂ ਦੇ ਕੋਲ ਤ੍ਰਿਸ਼ਨਾ ਨਹੀਂ ਸੀ ਨਾ, ਉਹਨਾਂ ਨੇ ਇੱਕ ਥਾਂ ਤੋਂ ਸਬਕ ਲਿਆ ਸੀ। ਉਹ ਸਬਕ ਕੀ ਸੀ ਕਿ ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਣੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਿਨ੍ਹਾਂ ਨੂੰ ਇਹ ਗਿਆਨ ਗੁਰੂ ਨੇ ਦੇ ਦਿੱਤਾ ਕਿ ਤ੍ਰਿਸ਼ਨਾ ਬੁਝਦੀ ਹੈ ਹਰੀ ਦੇ ਨਾਮ ਦੇ ਨਾਲ,
ਮਹਾ ਸੰਤੋਖ ਲੱਭਦਾ ਹੈ, ਗੁਰੂ ਦੇ ਬਚਨਾਂ ਦੇ ਨਾਲ, ਪ੍ਰਭੂ ਦੇ ਨਾਲ ਧਿਆਨ ਜੁੜ ਜਾਂਦਾ ਹੈ, ਪੂਰਨ ਧਿਆਨ ਜੁੜਦਾ ਹੈ। ਤੇ ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੇ ਜੋ ਸਨ ਨਾ ਗੁਰੂ ਘਰ, ਉਹਨਾਂ ਦੇ ਬੈੱਡ ਲਾ ਦਿੱਤੇ, ਕਹਿਣ ਲੱਗੇ ਆਓ ਇੱਥੇ ਲੈ ਕੇ ਆਓ ਮਰੀਜ਼। ਉਹਨਾਂ ਨੇ ਆਪਣੇ ਘਰੋਂ ਰਾਸ ਪੂੰਜੀ ਇਸਤੇਮਾਲ ਕਰਕੇ ਸਿਲੰਡਰ ਮੋਢਿਆਂ ਤੇ ਚੁੱਕ ਲਏ, ਦਰਵਾਜ਼ੇ ਖਟਖਟਾ ਕੇ, ਜਿੱਥੋਂ ਕਿਸੇ ਦਾ ਮੈਸੇਜ ਆਇਆ ਵੀ ਸਾਨੂੰ ਗੈਸ ਚਾਹੀਦੀ ਹੈ, ਉਹ ਆਪ ਚੱਲ ਕੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਗੈਰ ਲੈ ਕੇ ਪਹੁੰਚ ਗਏ। ਉਹਨਾਂ ਨੇ ਆਪਣੇ ਕੋਲ ਲੰਗਰ ਲਾ ਲਏ ਨੇ, ਸੜਕਾਂ ਦੇ ਉੱਤੇ ਉਤਰ ਆਏ ਨੇ, ਕਿਉਂਕਿ ਅੰਦਰ ਤ੍ਰਿਸ਼ਨਾ ਨਹੀਂ। ਹੁਣ ਜਿਹਦੇ ਅੰਦਰ ਤ੍ਰਿਸ਼ਨਾ ਹੈ ਉਹ ਮਨੁੱਖਤਾ ਨੂੰ ਲੁੱਟੀ ਜਾ ਰਿਹਾ, ਤੇ ਜਿਹੜਾ ਮਨੁੱਖਤਾ ਨੂੰ ਲੁੱਟੇਗਾ ਕੀ ਉਹ ਆਪਣੀ ਰਾਸ ਪੂੰਜੀ ਬਚਾ ਲਵੇਗਾ? ਕਿ ਰੱਬ ਦੇ ਉਸ ਵੱਡੇ ਸ਼ਾਹ ਦੇ ਕੋਲ ਉਹਦਾ ਕੀਤਾ ਹੋਇਆ ਵਪਾਰ ਜੋ ਹੈ ਉਹ ਪ੍ਰਵਾਨ ਹੋ ਜਾਵੇਗਾ, ਕਬੂਲ ਹੋ ਜਾਵੇਗਾ? ਨਹੀਂ, ਆਤਮਿਕ ਤੌਰ ਦੇ ਉੱਤੇ ਉਹ ਲਾਹਾ ਖੱਟ ਕੇ ਨਹੀਂ ਜਾ ਰਿਹਾ, ਉਹਦਾ ਲਾਹਾ ਜੋ ਹੈ ਉਹ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਜਿਹੜਾ ਬਲੈਕ ਕਰਨ ਵਾਲਾ ਸੀ ਸਿਲੰਡਰ, ਜਿਹੜਾ ਉਹ ਧੋਖਾ ਕਰਨ ਵਾਲਾ ਸੀ, 30-30 ਹਜ਼ਾਰ ਵਿੱਚ ਪਾਣੀ ਵੇਚਣ ਵਾਲਾ ਸੀ ਇੰਜੈਕਸ਼ਨ, ਉਹ ਵੀ ਤਾਂ ਸਵੇਰੇ ਮੰਦਿਰ ਵਿੱਚ ਜਾਂਦਾ ਹੋਇਆ ਹੋਣਾ, ਉਹ ਵੀ ਧਾਰਮਿਕ ਸਥਾਨ ਆਪਣੇ ਦੇ ਉੱਤੇ ਜਾਂਦਾ ਹੋਇਆ ਹੋਣਾ, ਉਹ ਵੀ ਉੱਥੇ ਜਾ ਕੇ ਭੇਟਾ ਚਾੜਦਾ ਹੋਇਆ ਹੋਣਾ, ਉੱਥੇ ਜਾ ਕੇ ਉਹ ਵੀ ਅਰਦਾਸਾਂ ਕਰਦਾ ਹੋਇਆ ਨਾ ਕਿ ਮੇਰੇ ਉੱਤੇ ਕਿਰਪਾ ਕਰੀ, ਮੇਰਾ ਅੱਜ ਹੋਰ ਸੌਦਾ ਵਿਕ ਜਾਵੇ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਜਿਸ ਨੂੰ ਸ਼ਬਦ ਦਾ ਗਿਆਨ ਹੋ ਗਿਆ ਤੇ ਫਿਰ ਉਹ ਕਦੀ ਵੀ ਤ੍ਰਿਸ਼ਨਾ ਵਾਲੇ ਪਾਸੇ ਨਹੀਂ ਚੱਲਦਾ। ਤੇ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਗੁਣ ਭਰੀ ਘਟ ਪੀਤਰ, ਇਨ ਬਿਦ ਟਾਂਡ ਵਿਸਾਇਓ। ਤੇ ਮਾਰੇ ਕਹਿੰਦੇ ਇਸ ਤਰੀਕੇ ਦੇ ਨਾਲ ਇਹਨਾਂ ਜੀਵਾਂ ਦਾ ਮਾਲ ਜੋ ਹੈ ਲੱਦਿਆ ਹੋਇਆ ਹੈ, ਤ੍ਰਿਸ਼ਨਾ ਦੀ ਛੱਟ ਆਪਣੇ ਅੰਦਰ ਭਰੀ ਪਈ ਹੈ। ਤੇ ਸਤਿਗੁਰੂ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਨੇ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਣਜਾਰਾ, ਕਾਮ ਕ੍ਰੋਧ ਦੋਏ ਪੇ ਜਗਾਤੀ, ਮਨ ਤਰੰਗ ਬਟਵਾਰਾ। ਮਾਰੇ ਕਹਿੰਦੇ ਹੁਣ ਮਸੂਲੀਏ ਆ ਗਏ ਨੇ। ਹੁਣ ਪਹਿਲਾਂ ਤਾਂ ਛਾਟੀ ਜੋ ਸੀ ਉਹ ਜਿਹੜਾ ਮਾਲ ਚੁੱਕਿਆ ਉਹੀ ਉਹ ਜਿਹੜਾ ਘਟੀਆ ਮਾਲ ਹੈ, ਤੇ ਹੁਣ ਅੱਗੇ ਮਸੂਲੀਏ ਵੀ ਆ ਗਏ ਨੇ। ਤੇ ਮਸੂਲੀਏ ਕਿਹੜੇ ਨੇ? ਕਾਮ ਕ੍ਰੋਧ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਰੀਰ ਜਦੋਂ ਵਣਜ ਵਾਸਤੇ ਨਿਕਲਿਆ ਨਾ, ਪਹਿਲਾਂ ਛਾਟੀ ਜੋ ਸੀ ਉਹ ਜੋ ਮਾਲ ਭਰਿਆ, ਉਹੀ ਉਹ ਛਾਟੀ ਜਿਹੜੀ ਸੀ ਉਹ ਨਖਿੱਧ ਸੀ, ਚੰਗੀ ਨਹੀਂ ਸੀ। ਮਾਲ ਜੋ ਸੀ ਤਸੱਲੀ ਬਖਸ਼ ਨਹੀਂ ਸੀ, ਮਾਰਕੇ ਦਾ ਨਹੀਂ ਸੀ। ਤੇ ਦੂਜਾ ਉੱਪਰੋਂ ਦੀ ਮਸੂਲੀਏ ਆ ਕੇ ਪਹੁੰਚ ਗਏ ਨੇ। ਹੁਣ ਕਾਮ ਕ੍ਰੋਧ ਜਿਹੜੇ ਨੇ ਨਾ ਇਹ ਆ ਕੇ ਪਹੁੰਚ ਗਏ ਨੇ, ਬਚਿਆ ਕੋਈ ਨਹੀਂ ਇਹਨਾਂ ਤੋਂ। ਕਾਮ ਕ੍ਰੋਧ ਕਾ ਚੋਲੜਾ ਸਭ ਗਲੇ ਆਏ ਪਾਏ। ਸਤਿਗੁਰੂ ਸਾਰੇ ਕਾਮ ਕ੍ਰੋਧ ਲੈ ਕੇ ਆਉਂਦੇ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਟਲ ਹੈ। ਸਤਿਗੁਰੂ ਦੇ ਕਾਮ ਕ੍ਰੋਧ ਜੋ ਨੇ ਇਹ ਤਾਂ ਸਰੀਰ ਨੂੰ ਗਾਲ ਜਾਂਦੇ ਨੇ, ਪਈ ਇਹਨਾਂ ਤੋਂ ਤਾਂ ਬਚ ਹੀ ਨਹੀਂ ਸਕਦਾ ਬੰਦਾ। ਜਿਗਦੇ ਭਾਰੂ ਹੋ ਜਾਣ ਤਾਂ ਜਿਵੇਂ ਸੋਨਾ ਕੁਠਾਲੀ ਦੇ ਅੰਦਰ ਪਿਘਲ ਜਾਂਦਾ ਨਾ ਅੱਗ ਦੇ ਅੰਦਰ, ਇਹ ਸਰੀਰ ਨੂੰ ਜੋ ਹੈ ਪਿਘਲਾ ਦਿੰਦੇ ਨੇ, ਇਹ ਕਾਇਆ ਨੂੰ ਕਮਜ਼ੋਰ ਕਰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਦੇ ਕਾਮ ਕ੍ਰੋਧ ਸਬਲ ਸੰਸਾਰ, ਬੋ ਕਰਮ ਕਮਾਵੇ ਸਭ ਦੁੱਖ ਕਾ ਪਸਾਰ। ਪਾਤਸ਼ਾਹ ਕਹਿੰਦੇ ਭਾਈ ਕਾਮ ਕ੍ਰੋਧ ਦੇ ਵਸ ਮਨੁੱਖ ਜੋ ਵੀ ਕਰੀ ਜਾ ਰਿਹਾ ਹੈ ਕੇਵਲ ਤੇ ਕੇਵਲ ਦੁੱਖਾਂ 'ਚ ਫਸ ਰਿਹਾ ਹੈ। ਇਹਦੀ ਜੋ ਰਾਸ ਪੂੰਜੀ ਹੈ ਖਤਮ ਹੋ ਰਹੀ ਹੈ। ਸੇ ਧਨਵੰਤ ਜਿਨ ਹਰ ਪ੍ਰਭ ਰਾਸ, ਕਾਮ ਕ੍ਰੋਧ ਗੁਰ ਸ਼ਬਦ ਨਾਸ। ਕਹਿੰਦੇ ਨੇ ਭਾਈ ਕਾਮ ਕ੍ਰੋਧ ਤੋਂ ਬਚਦਾ ਕਿਵੇਂ ਹੈ ਬੰਦਾ? ਮਾਰੇ ਕਹਿੰਦੇ ਨੇ ਉਹ ਧਨਵਾਨ ਨੇ ਜਿਨ੍ਹਾਂ ਦੇ ਕੋਲ ਹਰੀ ਦੇ ਨਾਮ ਰੂਪੀ, ਪ੍ਰਭੂ ਦੇ ਨਾਮ ਰੂਪੀ ਰਾਸ ਹੈ। ਤੇ ਉੱਥੇ ਕਾਮ ਕ੍ਰੋਧ ਜੋ ਨੇ ਨਾ ਉਹ ਗੁਰੂ ਦੇ ਸ਼ਬਦ ਦੇ ਨਾਲ ਵਿਨਾਸ਼ ਹੋ ਜਾਂਦੇ ਨੇ। ਉਹ ਕਾਮ ਕ੍ਰੋਧ ਜਿਹੜਾ ਸਾਰਿਆਂ ਦੇ ਕੋਲ ਹੈ, ਉਹ ਕਾਮ ਕ੍ਰੋਧ ਜਿਹੜਾ ਗਾਲਣ ਵਾਲਾ ਹੈ, ਉਹ ਕਾਮ ਕ੍ਰੋਧ ਜਿਹਦੇ ਨਾਲ ਬੰਦਾ ਲੁੱਟਿਆ ਜਾ ਰਿਹਾ ਹੈ, ਦੁੱਖ ਹੀ ਦੁੱਖ ਹੈ। ਸਤਿਗੁਰੂ ਕਹਿੰਦੇ ਉਹਦੇ ਕੋਲੋਂ ਕਾਮ ਕ੍ਰੋਧ ਗੁਰ ਸ਼ਬਦ ਨਾਸ, ਗੁਰੂ ਦੇ ਸ਼ਬਦ ਦੇ ਨਾਲ ਇਹਦਾ ਨਾਸ ਹੋ ਜਾਂਦਾ ਹੈ। ਤੇ ਨਾਸ ਹੁੰਦਾ ਕਿਵੇਂ ਹੈ? ਉਹ ਗੁਰੂ ਪਾਤਸ਼ਾਹ ਦੱਸਦੇ ਨੇ, ਰਸਤਾ ਦੱਸਦੇ ਨੇ ਕਿ ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਭਾਈ। ਕਹਿੰਦੇ ਨੇ ਭਾਈ ਇਹ ਜਿਹੜੇ ਕਾਮ ਤੇ ਕ੍ਰੋਧ ਨੇ ਨਾ ਇਹ ਸਾਰਿਆਂ ਦੇ ਕੋਲ ਨੇ, ਲੇਕਿਨ ਇਹਨਾਂ ਦੇ ਕੀ ਕਰੋ? ਇਹਨਾਂ ਦੇ ਰੰਬੇ ਬਣਾ ਲਓ। ਤੇ ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਕਾਮ ਹੈ ਨਾ ਇਸ ਨੂੰ ਪਿਆਰ ਦੇ ਵਿੱਚ ਬਦਲੀ ਕਰੋ। ਦੋ ਰੰਬੇ ਬਣਾ ਲਓ ਕਾਮ ਤੇ ਕ੍ਰੋਧ ਦੇ। ਇੱਕ ਬਣਾ ਲਓ ਤੁਸੀਂ ਪਿਆਰ ਵਾਲਾ, ਕਾਮ ਨੂੰ ਪਿਆਰ ਵਿੱਚ ਬਦਲੀ ਕਰ ਲਓ, ਉਹਦਾ ਰੰਬਾ। ਤੇ ਦੂਜਾ ਜਿਹੜਾ ਕ੍ਰੋਧ ਦਾ ਹੈ ਨਾ ਉਸ ਨੂੰ ਜੋਸ਼ ਵਿੱਚ ਬਦਲੀ ਕਰ ਲਓ, ਉਹਨੂੰ ਗੁੱਸੇ ਵਿੱਚ ਬਦਲੀ ਕਰ ਲਓ। ਤੇ ਕਹਿੰਦੇ ਨੇ ਜੋ ਖੇਤੀ ਦੇ ਅੰਦਰ ਕੰਮ ਕਰਦਾ ਨਾ ਕਿਸਾਨ, ਗੋਡੀ ਕਰਦਾ, ਉਹ ਕੀ ਕਰਦਾ ਕਿ ਉਹ ਰੰਬਿਆਂ ਦੇ ਨਾਲ ਨਾ ਜੋ ਫਾਲਤੂ ਦੀ ਫਸਲ ਦੇ ਵਿੱਚ ਜਮਿਆ ਹੋਇਆ, ਜਿਸ ਨੂੰ ਅਸੀਂ ਵੀਡਸ ਕਹਿੰਦੇ ਆ, ਉਹ ਜੋ ਫਾਲਤੂ ਦਾ ਘਾਹ ਹੈ, ਜਿਹੜੀ ਫਸਲ ਨਹੀਂ, ਉਹਨੂੰ ਉਹ ਜ਼ੋਰ-ਜ਼ੋਰ ਦੇ ਨਾਲ ਪੁੱਟਦਾ ਹੈ ਤੇ ਪੁੱਟ ਕੇ ਦੂਰ ਸੁੱਟਦਾ ਹੈ। ਤੇ ਜਿਹੜਾ ਕੰਮ ਦੇ ਪੌਦੇ ਹੁੰਦੇ ਨੇ ਨਾ ਉਹਨਾਂ ਨੂੰ ਪਿਆਰ ਦੇ ਨਾਲ ਅੱਗੇ ਪਿੱਛੇ ਮਿੱਟੀ ਲਾਉਂਦਾ ਹੈ ਨਾ। ਹੁਣ ਸਤਿਗੁਰੂ ਪਾਤਸ਼ਾਹ ਇਹ ਗੱਲ ਸਮਝਾ ਰਹੇ ਨੇ ਭਈ ਕਾਮ ਕ੍ਰੋਧ ਤੋਂ ਕਰੋ ਬਸੋਲੇ। ਕਾਮ ਕ੍ਰੋਧ ਦੇ ਬਸੋਲੇ ਬਣਾ ਕੇ, ਰੰਬੇ ਬਣਾ ਕੇ ਨਾ, ਤੇ ਫਿਰ ਉਸ ਸਰੀਰ ਰੂਪੀ ਧਰਤੀ ਨੂੰ ਗੁੱਡੋ,
ਹੈ, ਉਹਨੂੰ ਖੋਦੋ ਤੇ ਫਿਰ ਉਹਦੇ ਵਿੱਚੋਂ ਕੀ ਕਰੋ ਕਿ ਭਈ ਗੁੱਸੇ ਦੇ ਨਾਲ ਉਹ ਜਿੰਨੇ ਵਿਕਾਰ ਨੇ ਨਾ, ਭੈੜੇ ਗੁਣ ਜਿਹੜੇ ਤੁਹਾਡੇ ਇਸ ਵਣਜ ਦੇ ਵਿੱਚ, ਵਪਾਰ ਦੇ ਵਿੱਚ ਨੁਕਸਾਨ ਦੇ ਰਹੇ ਨੇ, ਜਿਹੜੇ ਰਾਸ ਨੂੰ ਖਾ ਰਹੇ ਨੇ, ਕਹਿੰਦੇ ਉਹਨਾਂ ਨੂੰ ਪੱਟ ਕੇ ਬਾਹਰ ਸੁੱਟੋ, ਪੁੱਟ ਕੇ ਬਾਹਰ ਸੁੱਟੋ। ਤੇ ਫਿਰ ਜਿਹੜੇ ਚੰਗੇ ਗੁਣ ਨੇ ਨਾ, ਉਹਨਾਂ ਨੂੰ ਬੜੇ ਪਿਆਰ ਦੇ ਨਾਲ ਉਹਨਾਂ ਦੇ ਅੱਗੇ ਪਿੱਛੇ ਮਿੱਟੀ ਲਾਈ ਚਲੋ, ਤਾਂ ਕਿ ਹੋਰ ਵਧਣ ਤੇ ਫੁੱਲਣ। ਤੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਚੁੱਕ ਕੇ ਬਾਹਰ ਸੁੱਟੋ, ਉਹ ਜਿਹੜੇ ਫालतू ਦੇ ਪੌਦੇ ਨੇ ਉਹ ਬਾਹਰ ਸੁੱਟੀ ਜਾਓ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਉ ਗੋਡੋ ਤਿਉ ਤੁਮ ਸੁਖ ਪਾਵੋ, ਕਿਰਤ ਨਾ ਮੇਟਿਆ ਜਾਈ। ਜਿੰਨਾ ਗੋਡੋਗੇ, ਜਿੰਨੇ ਭੈੜੇ ਗੁਣਾਂ ਨੂੰ ਚੁੱਕ ਕੇ ਬਾਹਰ ਸੱਟੋਗੇ, ਸਤਿਗੁਰੂ ਕਹਿੰਦੇ ਉਨਾ ਤੁਹਾਨੂੰ ਸੁਖ ਲੱਭੇਗਾ, ਉਨਾ ਤੁਹਾਨੂੰ ਫਾਇਦਾ ਲੱਭੇਗਾ। ਤੇ ਕਾਮ ਕ੍ਰੋਧ ਦੋਇ ਕੀਏ ਜਲੇਤਾ, ਛੂਟ ਗਈ ਸੰਸਾਰੀ। ਹੁਣ ਕਬੀਰ ਜੀ ਕਹਿੰਦੇ ਨੇ ਭਾਈ ਜਦੋਂ ਕਾਮ ਤੇ ਕ੍ਰੋਧ ਦਾ ਬਾਲਨ ਬਣਾ ਲਿਆ ਨਾ, ਤੇ ਮਨੁੱਖ ਜੋ ਹੈ ਸੰਸਾਰੀ ਜੋ ਉਹਦੇ ਕੋਲੋਂ ਛੁੱਟ ਗਈ, ਉਹ ਸਿੱਧਾ ਨਿਰੰਕਾਰੀ ਹੋ ਗਿਆ, ਵਿਕਾਰਾਂ ਤੋਂ ਬਚ ਗਿਆ। ਕੀਤਾ ਕਿ ਕਾਮ ਕ੍ਰੋਧ ਜੋ ਸਨ ਉਹਨਾਂ ਨੂੰ ਸਾੜ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਸਨ, ਕਾਮ ਕ੍ਰੋਧ ਦੋਏ ਭੇਜ ਜਗਾਤੀ, ਮਨ ਤਰੰਗ ਬਟਵਾਰਾ। ਇਹ ਕਾਮ ਕ੍ਰੋਧ ਦੋਏ ਮਸੂਲੀਏ ਪੁੱਜ ਗਏ। ਇਹਨਾਂ ਨੇ ਆ ਕੇ ਟੈਕਸ ਮੰਗਣਾ ਸ਼ੁਰੂ ਕੀਤਾ, ਚੁੰਗੀ ਮੰਗਣੀ ਸ਼ੁਰੂ ਕੀਤੀ। ਪਹਿਲਾਂ ਰਾਸ ਜੋ ਸੀ ਉਹ ਤ੍ਰਿਸ਼ਨਾ ਖਾ ਗਈ, ਤੇ ਫਿਰ ਕਹਿੰਦੇ ਨੇ ਹੁਣ ਇਹ ਆ ਕੇ ਪਹੁੰਚ ਗਏ ਨੇ, ਤੇ ਕਹਿੰਦੇ ਨੇ ਫਿਰ ਮਨ ਤਰੰਗ ਬਟਵਾਰਾ। ਤੇ ਫਿਰ ਕਈ ਵਾਰ ਵਪਾਰੀਆਂ ਨੂੰ ਡਾਕੇ ਵੱਜ ਜਾਂਦੇ ਨੇ, ਕਹਿੰਦੇ ਉਹਨੂੰ ਬਟਵਾਰਾ, ਲੁੱਟਣ ਵਾਲੇ ਵੀ ਪਹੁੰਚ ਗਏ ਨੇ। ਉਹ ਕੀ ਨੇ? ਮਨ ਦੇ ਤਰੰਗ, ਜਿਹੜੇ ਗੁਰੂ ਵਾਲੇ ਪਾਸਿਓਂ ਰੋਕ ਲੈਂਦੇ ਨੇ, ਆਪਣੇ ਪਿੱਛੇ ਤੋਰਦੇ ਨੇ। ਮਨ ਦੇ ਅੰਦਰ ਜਿਹੜੇ ਤਰੰਗ ਉੱਠ ਰਹੇ ਨੇ, ਕਾਮ ਦੇ, ਕ੍ਰੋਧ ਦੇ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਨਿੰਦਿਆ, ਚੁਗਲੀ, ਬਖੀਲੀ, ਇਹ ਜਿੰਨੇ ਵਿਕਾਰ ਨੇ, ਇਹ ਤਰੰਗ ਨੇ, ਲਹਿਰਾਂ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਸ ਹੁਣ ਉਹ ਲੁਟੇਰੇ ਵੀ ਪਹੁੰਚ ਗਏ ਨੇ। ਭਗਤ ਜੀ ਕਹਿੰਦੇ ਨੇ ਬਚੀਏ ਕਿਵੇਂ? ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ ਭਾਈ ਇਹਨਾਂ ਦੇ ਕੋਲੋਂ ਬਚਿਆ ਨਹੀਂ ਜਾ ਰਿਹਾ। ਤੇ ਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਤੀਜੇ ਸਤਿਗੁਰੂ ਸਮਝਾਉਂਦੇ ਨੇ ਕਿ ਭਾਈ ਜਿਚਰ ਇਹ ਮਨ ਲਹਿਰੀ ਵਿੱਚ ਹੈ, ਹੋਮੈ ਬਹੁਤ ਅਹੰਕਾਰ, ਸ਼ਬਦੈ ਸਾਧ ਨਾ ਆਵਈ, ਨਾਮ ਨਾ ਲਗੈ ਪਿਆਰ। ਕਹਿੰਦੇ ਜਿੰਨੀ ਦੇਰ ਸਾਡਾ ਮਨ ਲਹਿਰਾਂ ਵਿੱਚ ਹੈ ਨਾ, ਇਹ ਲਹਿਰ ਰੂਪੀ ਬਟਵਾਰੇ ਸਾਡੇ ਮਗਰ ਲਗੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬੜਾ ਹੋਮੈ ਤੇ ਅਹੰਕਾਰ ਪੈਦਾ ਹੁੰਦਾ, ਹੋਰ ਮਨ ਦੇ ਤਰੰਗ ਹੋਰ ਅਹੰਕਾਰ ਪੈਦਾ ਕਰਦੇ ਨੇ। ਤੇ ਕਹਿੰਦੇ ਨੇ ਸ਼ਬਦ ਦਾ ਸਵਾਦ ਨਹੀਂ ਆਉਂਦਾ, ਤੇ ਫਿਰ ਨਾਮ ਨਾ ਲੱਗੇ ਪਿਆਰ, ਨਾਮ ਦੇ ਨਾਲ ਪਿਆਰ ਨਹੀਂ ਬਣਦਾ। ਫਿਰ ਅਗਲੀ ਗੱਲ ਸਤਿਗੁਰੂ ਕਹਿੰਦੇ ਨੇ ਮਾਈ ਮਨ ਮੇਰੋ ਬਸ ਨਾਏ। ਨੌਵੇਂ ਸਤਿਗੁਰੂ ਕਹਿੰਦੇ ਨੇ ਇਹ ਮਨ ਦੀਆਂ ਲਹਿਰਾਂ ਜੋ ਨੇ ਨਾ, ਇਹ ਵਸ ਵਿੱਚ ਨਹੀਂ ਆਉਣ ਦਿੰਦੀਆਂ। ਜਦੋਂ ਲਹਿਰਾਂ ਸਮੁੰਦਰਾਂ ਵਿੱਚ ਉੱਠਦੀਆਂ ਨੇ, ਬਹੁਤ ਉੱਚੀਆਂ ਉੱਠਦੀਆਂ ਨੇ, ਕਿਨਾਰਿਆਂ ਤੋਂ ਬਾਹਰ ਆ ਕੇ ਪੈਂਦੀਆਂ ਨੇ, ਕਈ ਵਾਰ ਤੂਫਾਨ ਦਾ ਰੂਪ ਧਾਰਨ ਕਰਦੀਆਂ ਨੇ, ਸੁਨਾਮੀ ਬਣਦੀਆਂ ਨੇ, ਕਿੰਨੀ ਬਰਬਾਦੀ ਕਰ ਜਾਂਦੀਆਂ ਨੇ, ਇਹ ਲਹਿਰਾਂ ਦੇ ਹੀ ਕੰਮ ਨੇ। ਹੁਣ ਸਤਿਗੁਰੂ ਦੇ ਮਨ ਦੀਆਂ ਲਹਿਰਾਂ ਵੀ ਬਸ ਇਸੇ ਤਰ੍ਹਾਂ ਸਾਡਾ ਸਾਰਾ ਵਪਾਰ ਤਬਾਹ ਕਰ ਰਹੀਆਂ ਨੇ, ਸਾਡੀ ਸਾਰੀ ਜੀਵਨ ਦੀ ਰਾਸ ਪੂੰਜੀ ਖਾ ਰਹੀਆਂ ਨੇ। ਤੇ ਪਾਤਸ਼ਾਹ ਕਹਿੰਦੇ ਨੇ ਮਾਈ ਮਨ ਮੇਰੋ ਬਸ ਨਾਏ, ਨਿਸ ਬਾਸਰ ਬਿਖਿਆਣ ਕੋ ਧਾਵਤ, ਕਹਿ ਬਿਦਰੋ ਕੋ ਤਾਏ। ਨੌਵੇਂ ਗੁਰਦੇਵ ਕਹਿੰਦੇ ਨੇ ਮੇਰੀ ਮਾਂ, ਮੇਰਾ ਮਨ ਬਸ ਵਿੱਚ ਨਹੀਂ, ਦਿਨ ਤੇ ਰਾਤ ਇਹ ਲਹਿਰਾਂ ਉੱਠ ਕੇ ਵਿਕਾਰਾਂ ਵੱਲ, ਜ਼ਹਿਰ ਵੱਲ ਲੈ ਜਾ ਰਹੀਆਂ ਨੇ, ਰੋਕਾਂ ਕਿਵੇਂ? ਤੇ ਸਤਿਗੁਰੂ ਪਾਤਸ਼ਾਹ ਮੁੜ ਕੇ ਆਪ ਜਵਾਬ ਦਿੰਦੇ ਨੇ, ਆਪ ਸਾਨੂੰ ਸਮਝਾਉਂਦੇ ਨੇ ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਤਾਵਣ ਤੇ ਛੁੱਟਿਓ, ਕਰ ਬੈਠੋ ਵਿਸ਼ਰਾਮ। ਕਹਿੰਦੇ ਨੇ ਭਾਈ ਐ ਮੇਰੀ ਮਾਂ, ਮੈਨੂੰ ਨਾਮ ਰੂਪੀ ਧਨ ਲੱਭ ਗਿਆ, ਹਰੀ ਦਾ ਨਾਮ ਰੂਪੀ ਧਨ ਲੱਭਾ। ਇੱਕ ਇਹੋ ਜਿਹਾ ਧਨ ਸੀ ਕਿ ਮਨ ਮੇਰੇ ਦੀਆਂ ਲਹਿਰਾਂ ਬੰਦ ਹੋ ਗਈਆਂ, ਮਨ ਮੇਰੋ ਧਾਵਣ ਤੇ ਛੁੱਟਿਓ, ਇਹ ਭਟਕਣਾ ਤੋਂ ਨਿਕਲ ਆਇਆ, ਇਹ ਥਾਂ ਥਾਂ ਦੀ ਭਟਕਣਾ ਖਤਮ ਹੋਈ ਹੈ। ਜਿਹੜੇ ਵੱਡੇ ਵੱਡੇ ਤਰੰਗ ਉੱਠ ਰਹੇ ਸਨ ਰੁਕ ਗਏ ਨੇ, ਕਰ ਬੈਠੋ ਵਿਸ਼ਰਾਮ। ਕਹਿੰਦੇ ਵਿਸ਼ਰਾਮ ਕਰਕੇ ਬਹਿ ਗਿਆ, ਹੁਣ ਇੱਕ ਥਾਂ ਦੇ ਉੱਤੇ ਰੁਕ ਗਿਆ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਦੇ ਮਨ ਵਸ ਵਿੱਚ ਕਦੋਂ ਆਉਂਦਾ? ਜਦੋਂ ਪੂਰਨ ਕਿਰਪਾ ਹੋ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਫਿਰ ਬਖਸ਼ਿਸ਼ ਕਰ ਰਹੇ ਨੇ ਭਾਈ, ਪਾਂਚ ਤਤ ਮਿਲ ਦਾਨ ਨਿਬੇਰੇ, ਟਾਂਡਾ ਉਤਰਿਓ ਪਾਰਾ। ਹੁਣ ਭਗਤ ਜੀ ਬਖਸ਼ਿਸ਼ ਕਰਦੇ ਨੇ ਕਿ ਫਿਰ ਇਹ ਪੰਜ ਤੱਤੀ ਜੋ ਸਰੀਰ ਹੈ ਨਾ, ਇਹਦੇ ਵਿੱਚ ਦਾਨ ਤੋਂ ਬਾਅਦ ਬਖਸ਼ਿਸ਼, ਮਾਰੇ ਕਹਿੰਦੇ ਰੱਬ ਵੱਲੋਂ ਮਿਲੀ ਹੋਈ ਜਿਹੜੀ ਸਵਾਸਾਂ ਦੀ ਪੂੰਜੀ ਰੂਪੀ ਬਖਸ਼ਿਸ਼ ਹੈ ਨਾ, ਇਹ ਜਿਹੜੇ ਸਾਡੇ ਪੰਜ ਤੱਤ ਨੇ ਨਾ, ਇਹ ਇਸ ਨੂੰ ਵੀ ਖਾਈ ਜਾ ਰਹੇ ਨੇ, ਖਾਈ ਜਾ ਰਹੇ ਨੇ, ਖਾਈ ਜਾ ਰਹੇ ਨੇ, ਸਰੀਰ ਖਾਈ ਜਾ ਰਿਹਾ। ਟਾਂਡਾ ਉਤਰਿਓ ਪਾਰਾ, ਇਹ ਉਹਨੂੰ ਮੁਕਾਈ ਜਾ ਰਹੇ ਨੇ ਰਸ ਪੂੰਜੀ ਨੂੰ। ਤੇ ਜਿਹੜਾ ਸਾਡਾ ਟਾਂਡਾ ਹੈ, ਉਹ ਜੋ ਅਸੀਂ ਲੱਦਿਆ ਹੋਇਆ ਮਾਲ ਹੈ ਗੱਡਿਆਂ ਦੇ ਉੱਤੇ, ਕਹਿੰਦੇ ਨੇ ਉਹ ਅਗਲੇ ਪਾਸੇ ਲੰਘੀ ਜਾ ਰਿਹਾ, ਸਮਾਂ ਜ਼ਿੰਦਗੀ ਦਾ ਲੰਘੀ ਜਾ ਰਿਹਾ, ਲੰਘੀ ਜਾ ਰਿਹਾ। ਹੁਣ ਦੇਖੋ ਹਾਲਤ ਕੀ ਹੋ ਗਈ, ਵਣਜਾਰਾ ਲੁੱਟਿਆ ਵੀ ਜਾ ਰਿਹਾ, ਮਾਲ ਵੀ ਇਹਦੇ ਕੋਲ ਚੰਗਾ ਨਹੀਂ, ਤੇ ਫਿਰ ਮਸੂਲੀਏ ਵੀ ਪਹੁੰਚ ਗਏ, ਡਾਕੇ ਵੀ ਪੈ ਰਹੇ ਨੇ। ਤੇ ਕਹਿੰਦੇ ਨੇ ਫਿਰ ਇਹ ਵੀ ਹੋ ਰਿਹਾ ਕਿ ਜੋ ਸਾਡੇ ਕੋਲ ਬਖਸ਼ਿਸ਼ ਰੂਪੀ ਸਵਾਸ ਸਨ, ਉਹ ਵੀ ਜੋ ਨੇ ਘਟ ਰਹੇ ਨੇ ਭਾਈ, ਉਹ ਬਲਦ ਜੋ ਨੇ ਲੰਘੀ ਜਾ ਰਹੇ ਨੇ, ਚਲੀ ਜਾ ਰਹੇ ਨੇ। ਤੇ ਹੁਣ ਇਸ ਕਾਮ ਕ੍ਰੋਧ ਅਤੇ
ਮਨ ਤਰੰਗ ਮਨੁੱਖ ਸਰੀਰ ਨਾਲ ਜਿਹੜਾ ਮਿਲ ਕੇ ਸਾਰੀ ਦੀ ਸਾਰੀ ਉਮਰ ਇਹ ਜਿਹੜੀ ਰੂਪ ਸਾਡੇ ਕੋਲ ਰਾਸ ਹੈ ਨਾ, ਇਹਨੂੰ ਮੁਕਾਈ ਜਾ ਰਿਹਾ ਹੈ। ਅਤੇ ਤ੍ਰਿਸ਼ਨਾ ਦਾ ਜਿਹੜਾ ਸਾਡੇ ਕੋਲ ਅੱਗ ਹੈ, ਇਹ ਜੀਵਾਂ ਨੂੰ ਜੋ ਛੱਟ ਲੱਦੀ ਹੋਈ ਹੈ, ਇਹ ਸਾਨੂੰ ਖਾਈ ਜਾ ਰਹੀ ਹੈ। ਤੇ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਭਗਤ ਜੀ, ਕਹਿਤ ਕਬੀਰ ਸੁਨੋ ਰੇ ਸੰਤੋ ਆਵੇ ਐਸੀ ਬਣਿਆਈ। ਹੁਣ ਕਬੀਰ ਜੀ ਕਹਿੰਦੇ ਨੇ ਕਿ ਭਾਈ ਇਹ ਸੰਤ ਜਨੋ ਸੁਣੋ। ਹੁਣ ਇੱਕ ਜਦੋਂ ਇਹ ਜੀ ਬਣ ਕੀ ਗਈ ਕਿ ਜਦੋਂ ਰਾਮ ਦੇ ਨਾਮ ਦੀ ਘਾਟੀ ਚੜ੍ਹਨੀ ਸ਼ੁਰੂ ਕੀਤੀ ਨਾ, ਜਦੋਂ ਧਰਮ ਵਾਲੇ ਪਾਸੇ ਚੱਲ ਪਿਆ, ਜਦੋਂ ਬੰਦਗੀ ਸ਼ੁਰੂ ਕੀਤੀ, ਤੇ ਫਿਰ ਉਹਦੇ ਨਾਲ ਕੀ ਹੋ ਗਿਆ ਕਿ ਭਾਈ ਉਹ ਜਿਹੜੀ ਰਾਮ ਦੀ ਘਾਟੀ ਹੈ, ਧਰਮ ਦਾ ਰਸਤਾ ਹੈ, ਉਹ ਹੈ ਬੜਾ ਔਖਾ, ਬਿਖੜਾ ਹੈ, ਉਹ ਪਹਾੜੀ ਇਲਾਕੇ ਦੀ ਤਰ੍ਹਾਂ ਹੈ। ਤੇ ਕਹਿੰਦੇ ਨੇ ਜਦੋਂ ਉਸ ਪਾਸੇ ਚੱਲਣਾ ਸ਼ੁਰੂ ਕੀਤਾ, ਕਹਿਤ ਕਬੀਰ ਸੁਨੋ ਰੇ ਸੰਤੋ ਆਵੇ ਐਸੀ ਬਣਿਆਈ। ਕਹਿੰਦੇ ਜਦੋਂ ਚੱਲ ਪਿਆ ਉਸ ਪਾਸੇ, ਫਿਰ ਕੀ ਹੋ ਗਿਆ, ਇਹੋ ਜਿਹੀ ਹਾਲਤ ਬਣ ਗਈ ਕਿ ਫਿਰ ਜਿਹੜਾ ਕਮਜ਼ੋਰ ਬਲਦ ਸੀ ਨਾ, ਜਿਹੜਾ ਪਾਪ ਵਾਲਾ ਬਲ, ਉਹ ਨਹੀਂ ਚੱਲ ਸਕਿਆ, ਉਹ ਰੁਕ ਗਿਆ, ਉਹ ਇਨਕਾਰ ਹੋ ਗਿਆ, ਕਹਿੰਦਾ ਹੁਣ ਮੇਰੇ ਤੋਂ ਨਹੀਂ ਚੱਲਿਆ ਜਾਂਦਾ। ਤੇ ਉਹ ਕੇਵਲ ਚੱਲਣਾ ਰੁਕਿਆ ਹੀ ਨਹੀਂ, ਉਹਨੇ ਛੱਟ ਵੀ ਥੱਲੇ ਸੁੱਟ ਦਿੱਤੀ, ਉਹ ਤ੍ਰਿਸ਼ਨਾ ਦੀ ਛੱਟ ਵੀ ਮੁਕਾ ਦਿੱਤੀ। ਹੁਣ ਅੰਤ ਦੇ ਵਿੱਚ ਭਗਤ ਜੀ ਕਹਿੰਦੇ, ਕਹਿਤ ਕਬੀਰ ਸੁਨੋ ਰੇ ਸੰਤੋ ਆਵੇ ਐਸੀ ਬਣਿਆਈ, ਘਾਟੀ ਚੜਤ ਬੈਲ ਇੱਕ ਥਾਕਾ ਚਲੋ ਗੋਣ ਛਿਟਕਾਈ। ਛਿਟਕਾਈ ਤੋਂ ਬਾਅਦ ਸੁੱਟ ਕੇ, ਤੇ ਜਿਹੜੀ ਉਹ ਤ੍ਰਿਸ਼ਨਾ ਦੀ ਛੱਟ ਸੀ ਉਹਨੂੰ ਸੁੱਟ ਕੇ ਚੱਲ ਪਿਆ, ਤੁਰ ਪਿਆ ਹੈ, ਗੱਡਾ ਹੁਣ ਲੰਘ ਰਿਹਾ। ਤੇ ਉਹ ਜਿਹੜੀ ਬਲਦ ਸੀ ਨਾ, ਜਿਹੜਾ ਕਮਜ਼ੋਰ, ਜਿਹੜਾ ਪਾਪਾਂ ਵਾਲਾ ਬਲਦ, ਤੇ ਕਹਿੰਦੇ ਨੇ ਉਹ ਇੱਕ ਪਾਸੇ ਹੋ ਗਿਆ। ਉਹ ਕਹਿੰਦਾ ਭਈ ਮੇਰੇ ਤੋਂ ਹੁਣ ਚਲਿਆ ਨਹੀਂ ਜਾਂਦਾ। ਪਾਪ ਜਿਹੜਾ ਧਰਮੀ ਹੈ, ਉਹਦਾ ਜਿਹੜਾ ਉਹ ਬਲਦ ਹੈ, ਜਿਸ ਨੇ ਗੌਣ ਚੁੱਕੀ ਹੋਈ ਸੀ, ਉਹ ਤ੍ਰਿਸ਼ਨਾ ਦੀ ਛੱਡ ਚੁੱਕੀ ਹੋਈ ਸੀ, ਜਿਹੜਾ ਪਾਪ ਵਾਲਾ ਸੀ, ਜਦੋਂ ਭਗਤੀ ਵਿੱਚ ਲੱਗ ਗਿਆ, ਉਹ ਕਮਜ਼ੋਰ ਪੈ ਗਿਆ। ਪ੍ਰਭੂ ਦੇ ਸਿਮਰਨ ਦੇ ਵਿੱਚ ਜਿਹੜਾ ਸੀ, ਉਹ ਆਪਣੇ ਆਪ ਹੀ ਇੱਕ ਪਾਸੇ ਹੋ ਗਿਆ, ਭਈ ਮੇਰੇ ਤੋਂ ਇਹ ਜੋ ਘਾਟੀ ਹੈ ਚੜੀ ਨਹੀਂ ਜਾਂਦੀ। ਪਾਪ ਜਦੋਂ ਕੋਈ ਧਰਮੀ ਬਣ ਜਾਂਦਾ ਹੈ, ਪਾਪਾਂ ਤੋਂ ਦੂਰ ਹੋ ਜਾਂਦਾ ਹੈ, ਤ੍ਰਿਸ਼ਨਾ ਉਹਦੇ ਅੰਦਰੋਂ ਮੁੱਕ ਜਾਂਦੀ ਹੈ, ਤੇ ਉਹ ਚੰਗੇ ਪਾਸੇ, ਭਲੇ ਪਾਸੇ ਲੱਗ ਜਾਂਦਾ ਹੈ। ਤੇ ਭਗਤ ਰਵਿਦਾਸ ਜੀ ਨੇ ਵੀ ਬਿਲਕੁਲ ਇਸੇ ਤਰ੍ਹਾਂ ਸਾਨੂੰ ਇੱਕ ਸਮਝਾਉਣ ਦਾ ਯਤਨ ਜੋ ਸੀ, ਉਹ ਗੋੜੀ ਰਾਗ ਦੇ ਅੰਦਰ ਕੀਤਾ। ਕਾਟੇ ਅਵਕਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਕਿ ਭਈ ਜਿਨ੍ਹਾਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਮੇਰਾ ਟਾਂਡਾ ਲੰਘਣਾ ਹੈ, ਰਸਤੇ ਬੜੇ ਔਖੇ ਹਨ। ਭਾਵ ਧਰਮ ਦਾ ਮਾਰਗ ਹੈ ਬੜਾ ਔਖਾ ਜੇ। ਤੇ ਫੇਰ ਕਹਿਣ ਲੱਗੇ ਕਿ ਭਈ ਉੱਥੇ ਪਹਾੜੀ ਰਸਤੇ ਨੇ, ਤੇ ਮੇਰਾ ਮਨ ਰੂਪੀ ਬਲਦ ਜਿਹੜਾ ਬੜਾ ਕਮਜ਼ੋਰ ਹੈ। ਭਾਵ ਮਨ ਨੂੰ ਬਲਵਾਨ ਕਰਨਾ ਪੈਂਦਾ ਹੈ। ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰਿਆ। ਮੇਰੇ ਪ੍ਰਭੂ ਪ੍ਰਮਾਤਮਾ, ਮੇਰੀ ਤੇਰੇ ਕੋਲ ਇੱਕ ਬੇਨਤੀ ਹੈ ਕਿ ਜਿਹੜੀ ਮੈਂ ਰਾਸ ਪੂੰਜੀ ਲੈ ਕੇ ਆਇਆ, ਇਹਨੂੰ ਬਚਾ ਕੇ ਰੱਖੀ। ਭਗਤ ਜੀ ਅਰਦਾਸ ਕਰ ਰਹੇ ਨੇ, ਬੇਨਤੀ ਕਰ ਰਹੇ ਨੇ। ਕੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਕਹਿੰਦੇ ਜੇ ਕਦੇ ਕੋਈ ਪ੍ਰਭੂ ਕਿਰਪਾ ਦੇ ਨਾਲ ਮੈਨੂੰ ਪ੍ਰਭੂ ਦੇ ਨਾਮ ਵੰਝ ਕਰਨ ਵਾਲਾ ਕੋਈ ਸਾਥੀ ਵਪਾਰੀ ਲੱਭ ਜਾਵੇ, ਤੇ ਫੇਰ ਕਹਿੰਦੇ ਨੇ ਕਿ ਮੇਰਾ ਜਿਹੜਾ ਇਹ ਗੱਡਾ ਹੈ ਨਾ ਬਲਦਾਂ ਵਾਲਾ, ਇਹ ਵੀ ਲੱਦਿਆ ਜਾ ਸਕਦਾ ਹੈ, ਇਹ ਵੀ ਚੱਲ ਸਕਦਾ ਹੈ, ਕਿਉਂਕਿ ਮਨ ਤਗੜਾ ਹੋ ਜਾਏਗਾ। ਤੇ ਕੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਤੇ ਕਹਿਣ ਲੱਗੇ ਪ੍ਰਭੂ ਦੀ ਕਿਰਪਾ ਨਾਲ, ਪ੍ਰਭੂ ਦੇ ਨਾਮ ਵੰਝ ਕਰਨ ਵਾਲਾ ਕੋਈ ਲੱਭ ਪਵੇ ਤਾਂ ਮੇਰਾ ਟਾਂਡਾ ਲੱਦਿਆ ਜਾ ਸਕਦਾ ਹੈ। ਤੇ ਫਿਰ ਹਉ ਬਣਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ। ਕਹਿੰਦੇ ਨੇ ਮੈਂ ਉਸ ਪ੍ਰਮਾਤਮਾ ਦਾ ਵਪਾਰੀ ਹਾਂ, ਤੇ ਸਹਿਜ ਦਾ ਵਪਾਰ ਕਰਨਾ ਹੈ। ਮੈਂ ਰਾਮ ਨਾਮ ਧਨ ਲਾਦਿਆ ਬਿਖਲਾਦੀ ਸੰਸਾਰ। ਮੈਂ ਤੇ ਰਾਮ ਨਾਮ ਦਾ ਧਨ ਲੱਦਿਆ, ਤੇ ਲੋਕਾਂ ਨੇ ਬਿਖ ਲੱਦਿਆ ਹੋਇਆ। ਭਗਤ ਜੀ ਕਹਿੰਦੇ ਲੋਕਾਂ ਨੇ ਬਿਖ ਲੱਦਿਆ, ਮੈਨੂੰ ਸਾਥੀ ਵੀ ਉਹ ਚਾਹੀਦਾ ਹੈ ਕਿ ਜਿਹੜਾ ਮੇਰੇ ਉਸ ਰਾਮ ਨਾਮ ਦੇ ਧਨ ਵਰਗਾ ਹੀ ਹੋਵੇ, ਜਿਹੜੇ ਅਸੀਂ ਇਕੱਠੇ ਇੱਕੋ ਜਿਹੇ ਵਪਾਰੀ ਚਲੀਏ, ਤਾਂ ਕਿ ਟਾਂਡਾ ਕਿਤੇ ਲੁੱਟਿਆ ਨਾ ਜਾਵੇ, ਇਹਦੇ ਅੰਦਰ ਕੋਈ ਮਿਲਾਵਟ ਨਾ ਹੋ ਜਾਵੇ, ਤੇ ਪਾਰਲੇ ਬੰਨੇ ਲੰਘ ਜਾਈਏ। ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਉਹ ਆਲ ਪਤਾਲ। ਹੁਣ ਇੱਥੇ ਚੈਲੰਜ ਕਰਦੇ ਨੇ ਭਗਤ ਜੀ, ਕਹਿੰਦੇ ਨੇ ਉਹ ਚਿੱਤਰਗੁਪਤੋ, ਉਰਾਰ ਪਾਰ ਦਾ ਲਿਖਣ ਵਾਲਿਓ, ਜੋ ਤੁਸੀਂ ਊਲ ਜਲੂਲ ਮੇਰੇ ਖਿਲਾਫ ਲਿਖਣਾ ਲਿਖ ਲਓ, ਲੇਕਿਨ ਇੱਕ ਗੱਲ ਚੇਤੇ ਰੱਖਿਓ, ਮੇਰੇ ਵਿਰੁੱਧ ਰੱਬੀ ਦਰਗਾਹ 'ਚ ਪੇਸ਼ ਕਰਨ ਵਾਸਤੇ ਤੁਹਾਡੇ ਕੋਲ ਕੁਝ ਵੀ ਨਹੀਂ ਹੋਵੇਗਾ। ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਏ ਜਮ ਡੰਡ ਨਾ ਲੱਗੀ ਤਜੀਲੇ ਸਰਬ ਜੰਜਾਲ। ਕਹਿੰਦੇ ਮੈਨੂੰ ਕੋਈ ਤੁਹਾਡਾ ਜਮ ਜੋ ਹੈ ਉਹ ਨਹੀਂ ਸਜ਼ਾ ਦੇ ਸਕਦਾ, ਉਹ ਕੋਈ ਡੰਡ ਨਹੀਂ ਲਾ ਸਕਦਾ, ਕਿਉਂਕਿ ਮੈਂ ਸਾਰੇ ਜੰਜਾਲ ਛੱਡੇ ਨੇ। ਮੈਂ ਰਾਮ ਦਾ ਬਣਜਾਰਾ ਹਾਂ, ਉਸ ਪ੍ਰਭੂ ਪ੍ਰਮਾਤਮਾ ਦਾ ਬਣਜਾਰਾ ਹਾਂ, ਤੇ ਮੈਂ ਜੋ ਸੌਦਾ ਲੱਦਿਆ ਉਹ ਖਰਾ ਲੱਦਿਆ। ਨਾਲ ਜਿਹੜੇ ਮੇਰੇ ਬਾਕੀ ਸੌਦਾਗਰ ਨੇ ਉਹ ਵੀ ਰੱਬ ਦੇ ਪ੍ਰਮਾਤਮਾ ਦੇ ਬਣਜਾਰੇ ਨੇ। ਕੋਈ ਵਿਕਾਰੀ ਹੈ ਨਹੀਂ, ਕੋਈ ਡਰ ਨਹੀਂ ਕਿ ਰਸਤੇ ਲੁੱਟਿਆ ਜਾਵਾਂਗਾ। ਸੋ ਇਹ ਸੀ ਅੱਜ ਦੇ ਸ਼ਬਦ ਦੇ ਵਿਚਾਰ, ਜਿਹਦੇ ਅੰਦਰ ਭਗਤ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਰਾਸ ਪੂੰਜੀ ਲੈ ਕੇ ਇਹ ਸੰਸਾਰ ਦੇ ਜੀਵੋ ਆਏ ਹੋ, ਇਹ ਤ੍ਰਿਸ਼ਨਾ ਦੀ ਛੱਟ ਨਾ ਲੱਦ ਲਿਓ, ਕਿਤੇ ਉਹ ਪਾਪ ਪੁੰਨ ਜੋ ਨੇ ਉਹ ਦੋ ਬਲਦ ਨਾ ਬਣਾ ਲਿਓ,
ਉਹ ਪਾਪ ਵਾਲਾ ਬਲਦ ਪਿੱਛੇ ਕਰ ਲਓ ਸ਼ੁਰੂ ਤੋਂ ਹੀ, ਤੇ ਕਿਤੇ ਜੋ ਹੈ ਉਹ ਕਾਮ ਕ੍ਰੋਧ ਜੋ ਹੈ ਉਹਨੂੰ ਨਾਲ ਲੈ ਕੇ ਤੁਰਦੇ ਰਹੀਓ। ਕਿਤੇ ਇਹ ਨਾ ਹੋਵੇ ਮਨ ਦੀਆਂ ਤਰੰਗਾਂ ਇਹ ਸਾਰੀ ਰਾਸ ਪੂੰਜੀ ਖਾ ਕੇ ਉਲਟਾ ਵਪਾਰ ਕਰਕੇ ਖੱਟਣ ਦੀ ਥਾਂ ਕਿਤੇ ਘਾਟੇ ਦੇ ਵਿੱਚ ਹੀ ਨਾ ਚਲੇ ਜਾਇਓ। ਇੰਨੀ ਕੋ ਵਿਚਾਰ ਸੀ, ਬਾਣੀ ਅਥਾਹ ਸਮੁੰਦਰ ਹੈ। ਮੈਂ ਸੱਚ ਜਾਣਿਓ ਜਦੋਂ ਸ਼ਬਦ ਦੀ ਵਿਚਾਰ ਕਰਦਾ ਮੈਨੂੰ ਡਰ ਜਿਹਾ ਬਣਿਆ ਰਹਿੰਦਾ, ਕਿਉਂਕਿ ਇੰਨੇ ਵਿਦਵਾਨਾਂ ਦੇ ਸਾਹਮਣੇ ਮੇਰੇ ਤੋਂ ਸ਼ਬਦ ਦੀ ਵਿਚਾਰ ਨਹੀਂ ਹੋ ਸਕਦੀ। ਸੋ ਬੋਲਦਿਆਂ ਜ਼ਰੂਰ ਵੱਧ ਘੱਟ ਲਫ਼ਜ਼ ਨਿਕਲੇ ਹੋਣਗੇ। ਸਾਧ ਸੰਗਤ ਬਖਸ਼ਣ ਯੋਗ ਹੈ, ਆਸ ਹੈ ਖਿਮਾ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।